प्यारे वीरो, जय भीम, जय भारत, नमो बुद्धा। आज शायद मैं बाबा साहब डॉक्टर अंबेडकर के जीवन संघर्ष की आखिरी खड़ी ते बोल रहा हाँ। मैं कोशिश करूँगा कि अज ये लड़ी पूरी हो जाए और ये बहुत सारिया वो गल्लां आउणगियां जिन्हां दा साडे जीवन की आज़ादी नाल सीधा संबंध है। लोकां ने, सियाणियां ने, अगाह वधूआं ने, प्रगतिशीलां ने इस सच्चाई नूं किवें लिया, ये उन्हां दा मामला है। असीं भारत दे छूत लोग बिल्कुल नीवीं थां खड़े लोग बाबा साहब दी मेहरबानियां नाल पढ़न तो बाद, समझण तो बाद, सोचण तो बाद जिस मजल ते आए हाँ, उत्थे साडा दृष्टिकोण की है ते संविधान दा दृष्टिकोण की है। और ये दृष्टिकोण मनु के दृष्टिकोण के सामने, ब्राह्मण के दृष्टिकोण सामने, वैदकारियों के दृष्टिकोण सामने या उच्चियां जातियां के दृष्टिकोण सामने किवें बिल्कुल अलग है, ये समझना बहुत जरूरी है। तुसीं सारियां जातियां जिहड़ियां ऊच नीच के आधार पर खड़ियां उन्हां दे दृष्टिकोण नूं एक नहीं कर सकते जदों तक जातियां खड़ियां। ब्राह्मण, क्षत्रिय, वैश्य का दृष्टिकोण अपना रहेगा, सिखां का दृष्टिकोण अपना रहेगा, मुसलमानों का दृष्टिकोण अपना रहेगा और पछड़ियां का दृष्टिकोण अपना रहेगा, कम्युनिस्टां का दृष्टिकोण अपना रहेगा। पर भारत के अछूत लोगों का दृष्टिकोण या कुछ गिणे चुने लोगों का दृष्टिकोण संविधानक दृष्टिकोण होएगा। ये गल समझनी बहुत जरूरी है। जदों मैं बोलता आ रहा या बोल रहा तो इस चीज़ का पूरा ध्यान रखा जाए कि मैं उस समाज चों हाँ जिन्हों अछूत बने नूं भी 1500-1700 साल हो गए और 3000 साल हो गए गुलाम होए। ना तो मेरी शूदर की फट्टी लथी अजे तक ते ना मेरा अछूतापन गया है, ना मेरी नीच जाति मिटी है। मैं अकेला आदमी नहीं हाँ, पूरे देश च ज़्यादा नहीं तो मैं 25 करोड़ 30 करोड़ लोगों की नुमाइंदगी करने वाला एक व्यक्ति है। मेरा मतलब है कि मेरे नाल दे जिथे जिस पायदान ते मैं खड़ा उस पायदान ते 25-30 करोड़ लोग खड़े हैं। ये सारिया गल्लां बहुत ध्यान देने वाली हैं। जदों तुसीं अलग अलग पहलू तो वर्गां के आधार पर भारत विच बने ग्रुपां जां समाजां नूं सामने रख के संविधान का निर्णय करोगे तो गल बहुत छेती समझ आएगी। जिवें ब्राह्मणां ने
ਜਿਹੜੇ ਪੱਕੇ ਬ੍ਰਾਹਮਣ ਆ, ਕੱਟੜ ਬ੍ਰਾਹਮਣ ਆ, ਉਹਨਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ, ਇਹਦੇ ਬਾਵਜੂਦ ਵੀ ਉਹ ਸੱਤਾ 'ਚ। ਤੇ 1946 ਤੋਂ ਬਾਅਦ ਉਹ ਬ੍ਰਾਹਮਣ ਵੀ ਸੱਤਾ 'ਚ ਆਏ, ਸਿੱਧੀ ਸੱਤਾ 'ਚ ਆਏ, ਜਿਨ੍ਹਾਂ ਨੇ ਇਹ ਨਹੀਂ ਕਿਹਾ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦੇ, ਪਰ ਉਹਨਾਂ ਨੇ ਸੱਤਾ ਸੰਭਾਲ ਕੇ ਸੰਵਿਧਾਨ ਦੇ ਖਿਲਾਫ ਡਟ ਕੇ ਕੰਮ ਕੀਤਾ। ਯਾਨੀ ਸੰਵਿਧਾਨ ਦੀ ਕਿਸੇ ਵੀ ਤਾਕਤ ਨੂੰ ਪੂਰੀ ਤਰ੍ਹਾਂ ਤੋੜਨ ਦਾ ਯਤਨ ਕੀਤਾ ਔਰ ਮਨੂ ਸਿਮਰਤੀ ਲਾਗੂ ਕਰਨ ਦਾ ਯਤਨ ਕੀਤਾ। ਇਹ ਗੱਲ ਸਾਡੇ ਸਮਝ ਆ ਜਾਣੀ ਚਾਹੀਦੀ ਹੈ। ਇੱਕ ਬ੍ਰਾਹਮਣ ਉਹ ਹੈ ਜਿਨ੍ਹਾਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਹੀ ਨਹੀਂ, ਔਰ ਇੱਕ ਬ੍ਰਾਹਮਣ ਉਹ ਹੈ ਜਿਨ੍ਹਾਂ ਨੇ ਸੰਵਿਧਾਨ ਦੀ ਧਾਰਾ ਦੇ ਵਿੱਚ ਵਹਿੰਦਿਆਂ ਸੱਤਾ ਤੇ ਕਬਜ਼ਾ ਕੀਤਾ, ਔਰ ਕਬਜ਼ਾ ਕਰਨ ਤੋਂ ਬਾਅਦ ਸੰਵਿਧਾਨ ਦੇ ਖਿਲਾਫ ਕੰਮ ਕੀਤਾ ਔਰ ਮਨੂ ਸਿਮਰਤੀ ਲਾਗੂ ਕੀਤੀ। ਤੀਜੀ ਕਿਸਮ ਦੇ ਬ੍ਰਾਹਮਣ ਉਹ ਹੈ ਜਿਨ੍ਹਾਂ ਨੇ ਭਾਰਤ ਅੰਦਰ ਕ੍ਰਾਂਤੀ ਦਾ ਬੀਜ ਬੀਜਿਆ, ਇਨਕਲਾਬ ਦਾ ਬੀਜ ਬੀਜਿਆ, ਔਰ ਸੰਵਿਧਾਨ ਨੇ ਜਿਹੜੀ ਕ੍ਰਾਂਤੀ ਲਿਆਂਦੀ ਉਹਨੂੰ ਮੰਨਣ ਤੋਂ ਇਨਕਾਰ ਕੀਤਾ। ਇਸੇ ਤਰ੍ਹਾਂ ਸਿੱਖ ਹੈ, ਇਸੇ ਤਰ੍ਹਾਂ ਮੁਸਲਮਾਨ ਹੈ। ਸਿੱਖਾਂ ਨੇ ਵੀ ਤਕਰੀਬਨ ਸੰਵਿਧਾਨ ਨੂੰ ਸਵੀਕਾਰ ਨਹੀਂ ਕੀਤਾ। ਸਿੱਖਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਕਿ ਸਿੱਖਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ। ਇਹਦਾ ਮਤਲਬ ਹੈ ਕਿ ਸਿੱਖਾਂ ਨੇ ਵੀ ਸੰਵਿਧਾਨ ਨੂੰ ਸਵੀਕਾਰ ਨਹੀਂ ਕੀਤਾ। ਮੁਸਲਮਾਨਾਂ ਨੇ ਸੰਵਿਧਾਨ ਨੂੰ ਜਾਣਿਆ ਹੀ ਨਹੀਂ। ਸੰਵਿਧਾਨ ਤੇ ਕਦੇ ਇਹਨਾਂ ਨੇ ਕੇਂਦਰਿਤ ਨਹੀਂ ਕੀਤਾ ਆਪਣੀ ਜਮਾਤ ਨੂੰ, ਔਰ ਇਹਨਾਂ ਨੇ ਭਾਰਤ ਨੂੰ ਇੱਕ ਪਾਸੇ ਹਿੰਦੂ ਲੋਕਾਂ ਨੂੰ ਕਿਹਾ ਔਰ ਦੂਸਰੀ ਤਰਫ ਹਿੰਦੁਸਤਾਨ ਦੀ ਐਸੀ ਰੱਟ ਲਾਈ ਕਿ ਅੱਜ ਬ੍ਰਾਹਮਣ ਨੇ ਹਿੰਦੁਸਤਾਨ ਸ਼ਬਦ ਫੜ ਕੇ ਸਭ ਤੋਂ ਵੱਧ ਵਡਾਂਗਾ ਇਹਨਾਂ ਲੋਕਾਂ ਦਾ ਹੀ ਕੀਤਾ ਹੈ, ਬਤੌਰ ਹਿੰਦੂ ਰਾਸ਼ਟਰ। ਇਹ ਬੜੀਆਂ ਅਜੀਬ ਘਟਨਾਵਾਂ ਹੈ, ਅਜਬ ਘਟਨਾਵਾਂ ਸਾਰੀਆਂ। ਜਦੋਂ ਕੁਰਬਾਨੀਆਂ ਹੋ ਰਹੀਆਂ ਸੀ ਤਾਂ ਜਿਹੜੇ ਦੇਸ਼ ਦੇ ਨਾਂ ਤੇ ਲੋਕ ਮਰੇ, ਉਹਨਾਂ ਦੇ ਵਿੱਚ ਬਹੁਤ ਗਿਣਤੀ ਮਰਨ ਵਾਲਿਆਂ ਦੀ ਸਿੱਖ ਸੀ, ਔਰ ਇਹ ਸਿੱਖ ਜਾਂ ਤਾਂ ਕਾਂਗਰਸੀ ਜਾਂ ਆਰੀਆ ਸਮਾਜੀ ਸੀ। ਕਾਂਗਰਸ ਦਾ ਪ੍ਰਧਾਨ ਲਾਲਾ ਲਾਜਪਤ ਰਾਏ ਔਰ ਆਰੀਆ ਸਮਾਜ ਦਾ ਪ੍ਰਧਾਨ ਵੀ ਲਾਲਾ ਲਾਜਪਤ ਰਾਏ। ਮਰਨ ਵਾਲਿਆਂ ਦੀ ਬਹੁਤ ਗਿਣਤੀ ਵੀ ਆਰੀਆ ਸਮਾਜੀ। ਔਰ ਉਹ ਕੁਰਬਾਨੀਆਂ ਕਿਉਂ ਕੀਤੀਆਂ? ਕਿਉਂਕਿ ਲਾਲਾ ਲਾਜਪਤ ਰਾਏ ਨੇ ਬਕਾਇਦਾ ਤੌਰ ਤੇ ਲਿਖਿਆ ਔਰ ਬੋਲਿਆ ਕਿ ਹਿੰਦੂ ਤਾਂ ਗਿੱਦੜ ਹਨ, ਸਿੱਖ ਸ਼ੇਰ ਹਨ, ਤੇ ਸ਼ੇਰਾਂ ਤੋਂ ਬਿਨਾਂ ਨਾ ਕੋਈ ਸ਼ਿਕਾਰ ਕਰ ਸਕਦਾ ਔਰ ਨਾ ਕੋਈ ਕੁਰਬਾਨੀ ਦੇ ਸਕਦਾ। ਇਹ ਉਹਦੇ ਅਖਬਾਰ ਦੀਆਂ ਸੱਚਾਈਆਂ, ਜਿਹਦਾ ਰਿਕਾਰਡ ਅਸੀਂ ਤਰੀਕ ਵਾਰ ਦਿੱਤਾ ਹੋਇਆ। ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਦੇਸ਼ ਆਜ਼ਾਦ ਹੋਇਆ। ਸਿੱਖਾਂ ਨੇ ਨਹਿਰੂ ਨੂੰ ਕਿਹਾ ਕਿ ਸਾਡਾ ਹਿੱਸਾ ਦਿਓ, ਪਟੇਲ ਨੂੰ ਕਿਹਾ ਕਿ ਸਾਡਾ ਹਿੱਸਾ ਦਿਓ, ਮਹਾਤਮਾ ਨੂੰ ਕਿਹਾ ਕਿ ਸਾਡਾ ਹਿੱਸਾ ਦਿਓ। ਇਹ ਤਿੰਨੇ ਹਿੰਦੂ ਨੇਤਾ, ਉਹਨਾਂ ਦਾ ਇੱਕੋ ਹੀ ਜਵਾਬ ਸੀ
ਕਿ ਹੁਣ ਦੇਸ਼ ਆ ਜਿਵੇਂ ਚੱਲੇਗਾ ਉਵੇਂ ਹੀ ਸਿੱਖਾਂ ਨੂੰ ਚੱਲਣਾ ਪਏਗਾ। ਇਹ ਸਾਰੀਆਂ ਕਹਾਣੀਆਂ ਨੂੰ ਧਿਆਨ 'ਚ ਰੱਖ ਕੇ ਅਸੀਂ 26 ਜਨਵਰੀ 1950 ਦੇ ਸੰਵਿਧਾਨ ਦੇ ਲਾਗੂ ਹੋ ਜਾਣ ਤੋਂ ਬਾਅਦ ਦੀਆਂ ਸਥਿਤੀਆਂ ਦੇ ਉੱਤੇ ਚਰਚਾ ਕਰਾਂਗੇ। ਇਸ ਵੇਲੇ ਤੱਕ ਪਛੜੀਆਂ ਜਾਤੀਆਂ ਨੂੰ ਪੰਡਿਤ ਨਹਿਰੂ ਨੇ ਬਕਾਇਦਾ ਤੌਰ ਤੇ ਮਤਾ ਰੱਦ ਕਰਕੇ ਹਿੰਦੂ ਜਮਾਤ ਵਿੱਚ ਸ਼ਾਮਲ ਕੀਤਾ। ਔਰ ਪੰਡਿਤ ਨਹਿਰੂ ਨੇ ਚਿੱਠੀਆਂ ਜਾਰੀ ਕੀਤੀਆਂ, ਗੁਪਤ ਚਿੱਠੀਆਂ, ਕਿ ਰਾਖਵਾਂਕਰਨ ਜਾਂ ਵਿਸ਼ੇਸ਼ ਅਧਿਕਾਰਾਂ ਅਧੀਨ ਇਹਨਾਂ ਪਛੜੀਆਂ ਜਾਤੀਆਂ ਨੂੰ ਕੋਈ ਅਧਿਕਾਰ ਨਾ ਦਿੱਤਾ ਜਾਏ। ਇਹ ਬਕਾਇਦਾ ਤੌਰ ਤੇ ਮੁੱਖ ਮੰਤਰੀਆਂ ਨੂੰ ਲਿਖਿਆ ਉਹਨੇ। ਅੱਜ ਉਹਦੀਆਂ ਚਿੱਠੀਆਂ ਜਿਹੜੀਆਂ ਉਹ ਸਾਡੇ ਸਾਹਮਣੇ ਆ, ਉਹ ਸਾਡੇ ਰਿਕਾਰਡ 'ਚ ਹੈ ਕਿ ਉਸ ਆਦਮੀ ਨੇ ਭਾਰਤੀ ਸੰਵਿਧਾਨ ਦੇ ਖਿਲਾਫ ਔਰ ਉਹਦੀ ਰੂਹ ਦੇ ਖਿਲਾਫ ਕਿਵੇਂ ਕੰਮ ਕੀਤਾ। ਕਾਕਾ ਕਲੇਰਕਰ ਕਮਿਸ਼ਨ ਬੈਠਿਆ, ਉਹਦੀ ਰਿਪੋਰਟ ਆਈ ਤਾਂ ਪੰਡਿਤ ਨਹਿਰੂ ਨੂੰ ਬਹੁਤ ਤਕਲੀਫ ਹੋਈ ਔਰ ਉਹਨੇ ਕਾਕਾ ਕਲੇਰਕਰ ਨੂੰ ਬੁਲਾ ਕੇ ਉਹਦੀ ਤਸੱਲੀ ਕਰਾ ਕੇ ਉਸੇ ਆਦਮੀ ਤੋਂ ਆਪਣੇ ਕਮਿਸ਼ਨ ਦੇ ਖਿਲਾਫ ਇੱਕ ਵੱਡੀ ਚਿੱਠੀ ਲਿਖਵਾਈ, ਜਿਹੜਾ ਕਲੇਰਕਰ ਕਮਿਸ਼ਨ ਉਹਨੇ ਦਿੱਤਾ ਔਰ ਜਿਹਦੇ ਚ ਉਹਨੇ ਪਛੜੀਆਂ ਜਾਤੀਆਂ ਨੂੰ 20 ਅਧਿਕਾਰ ਦਿੱਤੇ। ਪੰਡਿਤ ਨਹਿਰੂ ਨੇ ਸੱਦ ਕੇ ਉਹਦੀ ਤਸੱਲੀ ਕਰਵਾ ਕੇ ਉਸੇ ਤੋਂ ਹੀ ਉਸੇ ਦੇ ਲਿਖੇ ਕਮਿਸ਼ਨ ਦੇ ਅਧਿਕਾਰਾਂ ਵਿਰੁੱਧ ਇੱਕ ਵੱਡੀ ਚਿੱਠੀ ਲਿਖਵਾ ਕੇ ਉਹਦੇ ਤੇ ਅਮਲ ਕੀਤਾ। ਹੁਣ ਸੰਵਿਧਾਨ ਕੀ ਹੈ, ਸੰਵਿਧਾਨ ਦੀ ਕ੍ਰਾਂਤੀ ਕੀ ਹੈ, ਮੈਂ ਇਹਦੇ ਤੇ ਚਰਚਾ ਕਰਨੀ ਚਾਹੂੰਗਾ ਕਿ 3000 ਸਾਲ ਬਾਅਦ ਦੇਸ਼ ਨੂੰ ਮੌਰੀਆ ਵੰਸ਼ ਦੇ ਖਤਮ ਹੋਣ ਉਪਰੰਤ 2000 ਸਾਲ ਬਾਅਦ 2200 ਸਾਲ ਬਾਅਦ ਲੋਕਤੰਤਰ ਤੇ ਗਣਤੰਤਰ ਮਿਲਿਆ। ਜਾਨੀ 2200 ਸਾਲ ਤੁਸੀਂ ਮੌਰੀਆ ਵੰਸ਼ ਨੂੰ ਹੀ ਮੰਨ ਲਓ ਤਾਂ ਉਹਦੇ ਜਾਣ ਤੋਂ 2200 ਸਾਲ ਬਾਅਦ ਭਾਰਤ ਮੁੜ ਗੁਲਾਮੀ ਚੋਂ ਨਿਕਲਿਆ, ਵਿਦੇਸ਼ੀ ਗੁਲਾਮੀ ਚੋਂ ਨਿਕਲਿਆ ਔਰ ਇੱਥੇ ਲੋਕਤੰਤਰ ਅਤੇ ਗਣਤੰਤਰ ਲਾਗੂ ਹੋਇਆ। ਭਾਰਤ ਨੂੰ ਇਹਦਾ ਅਸਲੀ ਨਾਮ ਭਾਰਤ ਮਿਲਿਆ। ਅਜੇ ਤੱਕ ਇਹ ਅਲੱਗ-ਅਲੱਗ ਨਾਵਾਂ ਦੇ ਵਿੱਚ ਫਸਿਆ ਹੋਇਆ ਦੇਸ਼ ਪਹਿਲੀ ਵਾਰ 26 ਜਨਵਰੀ 1950 ਨੂੰ ਭਾਰਤ ਬਣ ਗਿਆ। ਨਾ ਇਹ ਹਿੰਦੂ ਰਾਸ਼ਟਰ ਹੈ, ਨਾ ਇਹ ਹਿੰਦੁਸਤਾਨ ਹੈ ਔਰ ਨਾ ਹੀ ਇਹ ਕੋਈ ਹੋਰ ਮੁਲਕ ਹੈ। ਇਹ ਕੇਵਲ ਭਾਰਤ ਹੈ ਔਰ ਇਹ ਪਹਿਲੀ ਵਾਰ ਹੋਇਆ ਹਜ਼ਾਰਾਂ ਸਾਲਾਂ ਬਾਅਦ ਜਦੋਂ ਭਾਰਤ ਦੇ ਸਮੁੱਚੇ ਲੋਕ ਯਾਨੀ ਭਾਰਤ ਦੇ ਸਮੁੱਚੇ ਲੋਕ ਆ ਜਿਹੜੇ ਉਹ ਇਸ ਦੇਸ਼ ਦੇ ਮਾਲਕ ਬਣੇ। ਭਾਰਤੀ ਸੰਵਿਧਾਨ ਦੇ ਵਿੱਚ ਪਹਿਲੀ 70 ਪੜ੍ਹੋਗੇ ਤਾਂ ਉਹ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਏਕ ਓਂਕਾਰ ਲਿਖਿਆ ਹੋਇਆ। ਇਹ ਏਕ ਓਂਕਾਰ ਜਿਹਨੂੰ ਸਮਝ ਨਹੀਂ ਲੱਗੀ ਉਹਨੂੰ ਗੁਰੂ ਗ੍ਰੰਥ ਸਾਹਿਬ ਸਮਝ ਨਹੀਂ ਲੱਗ ਸਕਦਾ। ਜਿਹਨੂੰ ਗੁਰੂ ਗ੍ਰੰਥ ਦੇ ਏਕੇ ਦੀ ਸਮਝ ਨਹੀਂ ਲੱਗੀ, ਏਕ ਓਂਕਾਰ ਦੀ ਸਮਝ ਨਹੀਂ ਲੱਗੀ, ਉਹ ਗੁਰੂ ਗ੍ਰੰਥ ਸਾਹਿਬ ਨਹੀਂ ਸਮਝ ਸਕਦਾ। ਇਸੇ ਤਰ੍ਹਾਂ ਜਿਵੇਂ ਜਿਹਨੂੰ ਭਾਰਤੀ ਸੰਵਿਧਾਨ ਦੀ ਪਹਿਲੀ ਸਤਰ ਵੀ ਦੀ ਪੀਪਲ ਆਫ ਇੰਡੀਆ
ਅਸੀਂ ਭਾਰਤ ਦੇ ਲੋਕ ਇਹ ਸਮਝ ਨਹੀਂ ਲੱਗੀ, ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਸਮਝ ਸਕਦਾ। ਇਸ ਦਿਨ ਭਾਰਤ ਦੇ ਲੋਕ ਸਾਰੇ ਦੇ ਸਾਰੇ ਬਰਾਬਰ ਹੋ ਗਏ। ਨਾ ਕੋਈ ਰਾਜਾ, ਨਾ ਕੋਈ ਰਜਵਾੜਾ, ਨਾ ਕੋਈ ਜ਼ਿਮੀਂਦਾਰ, ਨਾ ਕੋਈ ਠਾਕਰ, ਨਾ ਮੰਦਰ ਦਾ ਕੋਈ ਬਾਹਮਣ, ਨਾ ਮੁੱਲਾ, ਨਾ ਕੋਈ ਮਲਾਣਾ, ना कोई ब्राह्मण, ना शूद्र, ना ब्राह्मण, ना शूद्र, ना औरत। इस सब की हस्ती खत्म हो गई। पर हस्ती खत्म होने दे नाल ही ये सारे लोग आ जिहड़े भारत की मुकम्मल हस्ती बन गए और बराबर के अधिकारी बन गए। हर मनुख जिहड़ा वो इक्को सतर नाल भारत का एक बराबर हो गया। यानी किसी नूं दूसरे दे उत्ते जबरन सत्ता करन दा अधिकार है जिहड़ा वो खत्म हो गया। कोई मनुख भारत दा किसी दूजे दे उत्ते जबरन सत्ता नहीं कर सकता, किसी किस्म की सत्ता नहीं कर सकता, क्योंकि भारत के सारे लोग एक दूजे के बराबर है। इसदा मतलब है कि मनु का सारा सिद्धांत है जिहड़ा वो इक्को सतर ने कट के मारिया। होया की अज तक की हो रहा है, अजे होवेगा की, ये अलग विषय। संविधान ने की करया ये है विषय जिहड़ा बाबा साहब डॉक्टर अंबेडकर दे जिहड़ी संघर्ष का सिरा है, उसदा शिखर है जिहड़ा, और जिहदी मैं चर्चा कर रहा। हुण जिहड़ी जनता है इत्थे राजा नहीं रहा, ब्राह्मण नहीं रहा, रजवाड़ा नहीं रहा, बेशक वो सब सी, परंतु संविधान ने की कीता कि सारे लोगों को समूह रूप दे विच प्रभु संपन्न कर दिता। इसदा मतलब है कि सारिਆਂ ਨੂੰ सर्वशक्तिमान बनाता। ਇਹਦਾ ਇੰਨਾ ਹੀ अर्थ नहीं है मेरे वीरो, ਇਹਦਾ ਇੰਨਾ ही अर्थ नहीं। ਇਹਦਾ अर्थ यह है कि सर्वशक्तिमान, इस सर्वशक्तिमान की धारा ने भारत की औरत नूं, भारत के शूद्र नूं, भारत के अति शूद्र नूं, भारत के आदिवासी नूं, भारत के नीच तो नीच आदमी नूं बराबर लिया के खड़ा करके रब दे बराबर करता, सर्वशक्तिमान बनाता। जानी ब्राह्मण दियां सारियां धारनावां चक के मुद्दे मुंह सुट दिया। यह है अर्थ। जे कोई कहे राजे नूं बराबर, राजा बराबर, राजा थले आ गया, सब हूं तले तले सब उपर, ते जिहड़ा पैरां दे थले सी उपर आ गया। यह है प्रभु संपन्न होने का अर्थ कि जिन्नियां शक्तियां एक राजे नूं, उन्नियां शक्तियां ही नीच तो नीच मनुख नूं, जानी उन्ने ही अधिकार उस। लोकतंत्र का अर्थ मैं कल भी किया, अज फिर कर देना है कि जदों सारे लोगों के अधिकार बराबर हो जाण उन्होंने लोकतंत्र कहते हैं। ਇਹਦਾ ਅਸੀਂ सरलीकरण किवें करांगे कि भारत का कोई भी मनुख 18 साल का बालग हो जाएगा, ये उसका अधिकार है। वो बस्ती च जम्मिया या महल च, वो 18 साल तो बाद बालग खवाएगा। 21 साल तो बाद वो MLA चुनिया जा सकता है, चाहे वो बस्ती च जम्मिया चाहे महल च जम्मिया, दोहां नूं अधिकार है। 21 साल तो बाद MLA बन, 24 साल तो बाद
किते भी जम्मिया मनुख, चाहे औरत है चाहे मर्द है, चाहे वह सिख है चाहे ईसाई है चाहे मुसलमान है, चाहे वह दलित है चाहे वह पछड़िया है, चाहे वह आदिवासी है, चाहे वह जैनी है, चाहे वह पारसी है, चाहे वह बोधी है, चाहे मुसलमान है, कोई भी है, जदों ही वह 24 साल का हो गया, ये उसका अधिकार है कि वह MP बन सकता है, मंत्री बन सकता है, मुख्यमंत्री बन सकता है, प्रधानमंत्री बन सकता है, राष्ट्रपति बन सकता है। यह है लोकतंत्र का अर्थ, समान अधिकार। बस्ती तो लैके दिल्ली के महलों तक समान अधिकार। ਜਿਹੜੇ ਲੋਕ ਇਹਨੂੰ क्रांति नहीं ਮੰਨਦੇ, ਉਹਨਾਂ ਦੀ क्रांति ਦੇ अर्थ की है, ਇਹ ਸਮਝਣ ਦੀ ਲੋੜ नहीं है, ਇਹ ਜ਼ਰੂਰਤ नहीं है जानने की। क्रांति हुई और क्रांति के नां ते लोग ਉਹਦੇ खिलाफ खड़े हो गए। ये सब तो बड़ी बदनसीबी सी कि ब्राह्मणों ने इस क्रांति के खिलाफ मता पाया और दूजी किस्म के ब्राह्मण है जिहड़े उन्होंने इस क्रांति दे विच वड़ के सत्ता हथिया के संविधान के खिलाफ काम किया, यानी संविधान की भी सौं खाधी और संविधान के खिलाफ काम भी किया। तीजी किस्म के लोग है, उन्होंने क्रांति की आड़ च संविधान के खिलाफ मता पाया कि संविधान असी नहीं स्वीकार करते। और ये कला लोकतंत्र नहीं रहा, ये गणतंत्र बनया। गणतंत्र का अर्थ मैं फिर कर दिया करी कि लोकतंत्र ते गणतंत्र के अर्थ अलग अलग है। गणतंत्र का मतलब होंदा है कि जदों संविधान ये निर्देश दिंदा है हर सरकार नूं कि जिहड़े संविधानक अधिकार है उन्होंने लागू करना और जनता दे जिथों तक जनता पई है थल्ले तक मिट्टी च रुली हुई जनता जिहड़ी आ उत्थों तक उहदे अधिकारां नूं बहाल करना और उहदी झोली च पाउणा, इहनूं गणतंत्र कहंदे आ। एक अधिकार देना है, एक अधिकारां दा अमल करना है। लोकतंत्र अधिकार देना बराबर करना है, गणतंत्र अधिकारां दा अमल करना है ताकि कोई आदमी दुखी ना रहे। हुण तुसीं देखो कि जदों भारत के सारे लोग बराबर हो गए तो कुदरती इको ही गल कहनी वाजिब है कि इत्थे ब्राह्मण क्षत्रिय वैश्य राजे राणे उन्हां दी बराबरी का मसला नहीं है। बराबरी का मसला उन्हां दा है जिन्हां नूं हज़ारां साल तो ना बराबर मन के शूदर, अति शूदर, हरिजन, अछूत, गिरिजन, नीच, सूद, इहो जे पता नहीं किन्ने ना दिते गए। उन्हां दी बराबरी का मसला है। ये ध्यान च रखा जाए कि जिहदी झोली पहले ही भरी हुई है, ये उहदे अधिकारां दा मामला नहीं है। जिहड़ा पहला ही हंकार की टोपी रख के चलता है, हंकार की पूछ ला के चलता है, ये उहदा मसला नहीं है। जिहदे कोल जायदादां है, धन दौलत है, जिहदे कोल बड़े बड़े खेत है, जिहदे कोल हज़ारां नौकर है और जिहड़ा शाम तक हज़ारां रुपए कमा के घर नूं जांदा रोज और जिहदे मंदिर च लखां मन सोना पिया, ये उहदी बराबरी का मसला नहीं है। ये बराबरी ते लोकतंत्र का मसला
ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੂੰ ਬ੍ਰਾਹਮਣ ਸ਼ਾਹੀ ਨੇ 3000 ਸਾਲਾਂ 'ਚ ਰੋਲ ਕੇ ਰੱਖਿਆ, ਅਧਿਕਾਰਹੀਣ ਕੀਤਾ ਔਰ ਉਹਨਾਂ ਨੂੰ ਜਾਨਵਰ ਬਣਾ ਕੇ ਬਸਤੀਆਂ 'ਚੋਂ ਬਾਹਰ ਕੱਢਤਾ। ਇਹ ਉਹਨਾਂ ਦੇ ਘਰਾਂ ਦਾ ਮਸਲਾ ਹੈ। ਜਾਂ ਜਿਨ੍ਹਾਂ ਨੂੰ ਆਪਣੀ ਖੁਦਗਰਜੀ ਵਾਸਤੇ ਆਪਣੇ ਨੇੜੇ ਲਾਇਆ, ਟੱਚੇਬਲ ਬਣਾਇਆ ਤੇ ਉਹਨਾਂ ਤੋਂ ਗੁਲਾਮੀ ਕਰਵਾਈ, ਸਣੇ ਔਰਤ ਉਹਨਾਂ ਤੋਂ ਗੁਲਾਮੀ ਕਰਵਾਈ, ਇਹ ਉਹਨਾਂ ਦੇ ਅਧਿਕਾਰਾਂ ਦਾ ਮਸਲਾ ਹੈ। ਜਿਨ੍ਹਾਂ ਨੂੰ ਖਾਣਾ ਪੀਣਾ ਨਹੀਂ ਮਿਲਿਆ, ਜਿਨ੍ਹਾਂ ਨੂੰ ਪੜ੍ਹਨਾ ਨਹੀਂ ਮਿਲਿਆ, ਜਿਨ੍ਹਾਂ ਨੂੰ ਕਿਤਾਬ ਦੇਖਣੀ ਨਹੀਂ ਮਿਲੀ, ਸੁਣਨੀ ਨਹੀਂ ਮਿਲੀ, ਜਿਨ੍ਹਾਂ ਨੂੰ ਬਰਾਬਰ ਬੈਠਣਾ ਨਹੀਂ ਮਿਲਿਆ, ਜਿਨ੍ਹਾਂ ਨੂੰ ਖੇਤ ਨਹੀਂ ਮਿਲਿਆ, ਜਿਨ੍ਹਾਂ ਨੂੰ ਘਰ ਨਹੀਂ ਮਿਲਿਆ, ਜਿਨ੍ਹਾਂ ਨੂੰ ਵਸਤਰ ਨਹੀਂ ਮਿਲੇ, ਜਿਨ੍ਹਾਂ ਨੂੰ ਬਿਸਤਰ ਨਹੀਂ ਮਿਲੇ, ਨਾ ਵਸਤਰ ਮਿਲੇ, ਨਾ ਬਿਸਤਰ ਮਿਲੇ, ਨਾ ਛੱਤ ਮਿਲੀ, ਨਾ ਕੋਈ ਜਾਇਦਾਦ ਮਿਲੀ। ਹਜ਼ਾਰਾਂ ਸਾਲ ਤੋਂ ਉਹ ਜਾਨਵਰਾਂ ਦੀ ਤਰ੍ਹਾਂ ਆਵਾਰਾ ਘੁੰਮਦੇ ਰਹੇ ਔਰ ਡੰਡੇ ਖਾਂਦੇ ਰਹੇ। ਸਵਾਲ ਉਹਨਾਂ ਦੀ ਬਰਾਬਰੀ ਦਾ ਹੈ। ਇੱਥੇ ਬ੍ਰਾਹਮਣ ਦੀ ਬਰਾਬਰੀ ਦਾ ਸਵਾਲ ਨਹੀਂ ਹੈ, ਛਤਰੀ ਜਾਂ ਵੈਸ਼ ਦੀ ਬਰਾਬਰੀ ਦਾ ਸਵਾਲ ਨਹੀਂ ਹੈ। ਇੱਥੇ ਲੁਟੇਰਿਆਂ ਦੀ ਬਰਾਬਰੀ ਦਾ ਸਵਾਲ ਨਹੀਂ ਹੈ, ਜਾਇਦਾਦਾਂ ਦੀ ਬਰਾਬਰੀ ਦਾ ਸਵਾਲ ਨਹੀਂ ਹੈ। ਜਿਨ੍ਹਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਆ ਉਹਨਾਂ ਦੀ ਬਰਾਬਰੀ ਦਾ ਸਵਾਲ ਨਹੀਂ ਹੈ। ਜਿਨ੍ਹਾਂ ਦੇ ਵੱਡੇ ਵੱਡੇ ਵਪਾਰ ਅਤੇ ਵੱਡੀਆਂ ਵੱਡੀਆਂ ਉਦਯੋਗ ਮਸ਼ੀਨ ਮਤਲਬ ਉਦਯੋਗੀ ਧੰਦੇ ਆ ਜਿਨ੍ਹਾਂ ਕੋਲ, ਇਹ ਉਹਨਾਂ ਦਾ ਮਸਲਾ ਨਹੀਂ ਹੈ। ਇਹ ਮਸਲਾ ਕਿਸ ਦਾ? ਲੋਕਤੰਤਰ ਮਸਲਾ ਕਿਸ ਦਾ ਹੈ? ਜਿਨ੍ਹਾਂ ਕੋਲ ਕੋਈ ਅਧਿਕਾਰ ਨਹੀਂ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ। ਔਰਤਾਂ ਤਾਂ ਪੂਰੀ ਤਰ੍ਹਾਂ ਹੀ ਬਾਹਰ ਆ ਨਾ, ਜਾਣੀ ਸ਼ੂਦਰ ਤੇ ਔਰਤਾਂ ਪੂਰੀ ਤਰ੍ਹਾਂ ਅਧਿਕਾਰਾਂ ਤੋਂ ਬਾਹਰ ਹੈ। ਚਾਹੇ ਉਹ ਬ੍ਰਾਹਮਣ ਦੀ ਔਰਤ ਹੈ, ਚਾਹੇ ਖੱਤਰੀ ਦੀ ਔਰਤ ਹੈ। ਜਿਹਨੂੰ ਜਨੇਊ ਨਹੀਂ ਪਾਇਆ ਜਾ ਸਕਦਾ ਉਹ ਮੂਲ ਵਾਸੀ ਔਰਤ ਹੈ। ਇਹ ਉਹਨਾਂ ਦੇ ਅਧਿਕਾਰਾਂ ਦਾ ਮਸਲਾ ਹੈ। ਮੈਂ ਇੱਥੇ ਸੰਵਿਧਾਨ ਦੇ ਅਧਿਕਾਰਾਂ ਦਾ ਥੋੜਾ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਅਧਿਕਾਰ ਲਿਖਿਆ ਗਿਆ ਸੰਵਿਧਾਨ 'ਚ, ਤਾਂ ਇਹਦਾ ਮਤਲਬ ਕੀ ਹੈ? ਕਿ ਬ੍ਰਾਹਮਣ ਨੂੰ ਕਾਨੂੰਨ ਦੀ ਜ਼ਰੂਰਤ ਹੈ? ਕਿ ਤਲਵਾਰ ਵਾਲੇ ਛਤਰੀ ਨੂੰ ਕਾਨੂੰਨ ਦੀ ਜ਼ਰੂਰਤ ਹੈ? ਕਿ ਦੌਲਤ ਦੇ ਮਾਲਕ ਵੈਸ਼ ਨੂੰ ਜ਼ਰੂਰਤ ਹੈ? ਕਿ ਵੱਡੇ ਜ਼ਿਮੀਂਦਾਰ ਨੂੰ ਜ਼ਰੂਰਤ ਹੈ ਕਾਨੂੰਨ ਦੀ ਬਰਾਬਰੀ ਦਾ? ਕਿ ਰਾਜਿਆਂ ਨੂੰ, ਰਾਣਿਆਂ ਨੂੰ, ਠਾਕਰਾਂ ਨੂੰ ਜ਼ਰੂਰਤ ਹੈ ਕਾਨੂੰਨ ਦੀ ਬਰਾਬਰੀ ਦੀ? ਜਾਂ ਫਿਰ ਇਸ ਦੇਸ਼ ਦੀਆਂ ਔਰਤਾਂ ਤੇ ਅਧਿਕਾਰਹੀਣ ਬਣਾਏ ਗਏ ਮਰਦਾਂ ਨੂੰ, ਔਰਤਾਂ ਨੂੰ, ਸਭ ਨੂੰ ਜ਼ਰੂਰਤ ਹੈ ਬਰਾਬਰ ਹੋਣ ਦੀ? ਇਹ ਹੈ ਜਿਹੜਾ ਅਸਲੀ ਸਵਾਲ ਹੈ। ਕੀ ਬਰਾਬਰੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਕੋਲ ਹੈ ਕੁਛ ਨਹੀਂ? ਜਾਂ ਬਰਾਬਰੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਰੱਜ ਕੇ ਲੁੱਟਿਆ, ਰੱਜ ਕੇ ਕੁੱਟਿਆ ਔਰ ਰੱਜ ਕੇ ਮਾਣਿਆ? ਕੀ ਬਰਾਬਰੀ ਦਾ ਮਸਲਾ ਹੁੰਦਾ ਦਾ? ਫਿਰ ਤੁਸੀਂ ਆ ਜਾਓ ਵਿਦਿਆ ਦਾ ਅਧਿਕਾਰ। ਹੁਣ ਬ੍ਰਾਹਮਣ ਨੂੰ ਵਿਦਿਆ ਦੀ ਕੀ ਜ਼ਰੂਰਤ ਹੈ? ਕੋਈ ਦੱਸੇ ਕਿ ਬ੍ਰਾਹਮਣ ਨੂੰ ਵਿਦਿਆ ਦੀ ਕੀ ਜ਼ਰੂਰਤ ਹੈ? ਠਾਕਰ ਨੂੰ ਵਿਦਿਆ ਦੀ ਕੀ ਜ਼ਰੂਰਤ ਹੈ ਜਿਹਨੂੰ ਬ੍ਰਾਹਮਣ ਪੜਾਉਂਦਾ ਰੋਜ਼? ਵੈਸ਼ ਨੂੰ ਵਿਦਿਆ ਦੀ ਕੀ ਜ਼ਰੂਰਤ ਹੈ ਜਿਹਨੂੰ ਬ੍ਰਾਹਮਣ ਪੜਾਉਂਦਾ? ਨਾਲੇ ਜਨੇਊ ਪਾਉਂਦਾ ਉਹਨਾਂ ਦੇ, ਨਾਲੇ ਵਿਦਿਆ ਦਿੰਦਾ ਉਹਨਾਂ ਨੂੰ। ਵਿਦਿਆ ਕਿਸੇ ਵੀ ਕਿਸਮ ਦੀ ਆ, ਪਰ ਵਿਦਿਆ ਦਾ ਅਧਿਕਾਰ ਤਾਂ ਤਿੰਨਾਂ ਕੋਲ ਹੈ। ਤਲਵਾਰ ਵੀ ਉਹਨਾਂ ਕੋਲ ਹੈ, ਦੌਲਤ ਵੀ ਉਹਨਾਂ ਕੋਲ ਹੈ, ਮੰਦਰ ਵੀ ਉਹਨਾਂ ਕੋਲ ਹੈ, ਭਗਵਾਨ ਵੀ ਉਹਨਾਂ ਕੋਲ ਹੈ। ਭਗਵਾਨ ਉਹਨਾਂ ਦੀ ਜਾਇਦਾਦ ਹੈ। ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਹੈ ਜਿਹੜਾ, ਜਿਹਦੇ ਨਾਂ ਤੇ ਦੁਨੀਆ ਜਿੰਨੀ ਮਰ ਗਈ, ਜਿੰਨੀ ਜਿਉਂਦੀ ਹੈ ਓਨੀ ਮਰ ਗਈ, ਔਰ ਉਹਦੇ ਚੋਂ ਬਹੁਤ ਗਿਣਤੀ ਜਿਹੜੀ ਕਤਲ ਹੋਈ ਹੈ ਦੁਨੀਆ, ਉਹ ਭਗਵਾਨ ਦੇ ਨਾਂ ਤੇ ਹੋਈ ਹੈ। ਉਹ ਭਗਵਾਨ ਦਾ ਕਬਜ਼ਾ ਵੀ ਉਹਨਾਂ ਕੋਲ ਹੈ, ਦੌਲਤ ਤੇ ਕਬਜ਼ਾ ਵੀ ਉਹਨਾਂ ਕੋਲ ਹੈ, ਜ਼ਮੀਨ ਤੇ ਕਬਜ਼ਾ ਵੀ ਉਹਨਾਂ ਕੋਲ ਹੈ, ਤਲਵਾਰ ਤੇ ਕਬਜ਼ਾ ਵੀ ਉਹਨਾਂ ਕੋਲ ਹੈ। ਹੁਣ ਕੋਈ ਪੁੱਛੇ ਕਿ ਕੀ ਵਿਦਿਆ ਦਾ ਅਧਿਕਾਰ ਇਹਨਾਂ ਨੂੰ ਹੈ? ਜਿਨ੍ਹਾਂ ਦੇ ਮੂੰਹ ਚੋਂ ਨਿਕਲਿਆ ਸ਼ਬਦ ਦੇਸ਼ ਦੀ 80-90% ਜਨਤਾ ਦੇ ਉੱਤੇ ਲਾਗੂ ਹੋ ਜਾਂਦਾ ਹੈ, ਔਰਤਾਂ ਮਰਦਾਂ ਤੇ ਲਾਗੂ ਹੋ ਜਾਂਦਾ ਹੈ,
ਕੀ ਵਿਦਿਆ ਦੀ ਉਹਨਾਂ ਨੂੰ ਜ਼ਰੂਰਤ ਹੈ? ਜਾਂ ਫਿਰ ਜਿਹੜੇ ਸਿਰਫ ਜਾਨਵਰ ਹੈ, ਬਕਾਇਦਾ ਤੌਰ ਤੇ ਧਰਮ ਗ੍ਰੰਥਾਂ ਅਨੁਸਾਰ ਜਿਹੜੇ ਮਹਿਜ਼ ਜਾਨਵਰ ਹੈ, ਕੀ ਵਿਦਿਆ ਦੀ ਉਹਨਾਂ ਨੂੰ ਜ਼ਰੂਰਤ ਹੈ? ਸੰਵਿਧਾਨ ਦਾ ਸਵਾਲ ਇਹ ਹੈ ਕਿ ਜਿਹੜਾ ਜਾਨਵਰ ਹੈ, ਕੀ ਉਹਨੂੰ ਪੜ੍ਹਾਇਆ ਜਾਣਾ ਜ਼ਰੂਰੀ ਹੈ? ਜਾਂ ਫਿਰ ਜਿਹੜਾ ਹਜ਼ਾਰਾਂ ਸਾਲ ਤੋਂ ਵਿਦਿਆ ਦੇ ਉੱਤੇ ਕਬਜ਼ਾ ਕਰਕੇ ਬੈਠਾ ਹੈ, ਉਹਦੇ ਦੇਵਤੇ ਆ ਜਿਹੜੇ, ਜਿਵੇਂ ਗਣੇਸ਼ ਹੈ ਉਹ ਗਿਆਨ ਦਾ ਦੇਵਤਾ ਹੈ, ਜਿਹਦੀ ਸਰਸਵਤੀ ਉਹ ਵਿਦਿਆ ਦੀ ਦਾਤਾ ਹੈ, ਉੱਥੇ ਵਿਦਿਆ ਦੀ ਕੀ ਲੋੜ ਹੈ? ਪਰ ਨਾ ਗਿਆਨ ਗਣੇਸ਼ ਔਰਤ ਨੂੰ ਦਿੰਦਾ ਹੈ, ਨਾ ਗਿਆਨ ਗਣੇਸ਼ ਮਰਦ ਨੂੰ ਦਿੰਦਾ, ਸ਼ੂਦਰ ਨੂੰ। ਸਰਸਵਤੀ ਵਿਦਿਆ ਨਾ ਔਰਤ ਨੂੰ ਦਿੰਦੀ ਹੈ ਤੇ ਨਾ ਹੀ ਸ਼ੂਦਰ ਨੂੰ ਦਿੰਦੀ ਹੈ, ਤਾਂ ਫਿਰ ਵਿਦਿਆ ਦੀ ਜ਼ਰੂਰਤ ਕਿਹਨੂੰ ਰਹਿ ਗਈ? ਜਿਹੜੇ ਪਸ਼ੂ ਬਣਾਏ ਗਏ ਆ, ਢਾਂਡੇ ਬਣਾਏ ਗਏ ਆ, ਬੇਘਰ ਬਣਾਏ ਗਏ ਆ, ਜਿਨ੍ਹਾਂ ਦੇ ਕੰਨਾਂ ਸਿੱਕਾ ਪਾਇਆ ਗਿਆ, ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਜਿਨ੍ਹਾਂ ਦੇ ਗਲ ਕੱਟ ਦਿੱਤੇ ਗਏ, ਜਿਹੜੇ ਜਿਉਂਦੇ ਸਾੜ ਦਿੱਤੇ ਗਏ, ਜਿਨ੍ਹਾਂ ਨੂੰ ਕੁੱਤੇ ਲਿਖਿਆ ਗਿਆ, ਜਿਹਨੂੰ ਕਾਂ, ਕੁੱਤੇ, ਬਿੱਲੇ, ਨਿਉਲੇ, ਚੂਹੇ ਲਿਖਿਆ ਗਿਆ, ਜਿਨ੍ਹਾਂ ਤੋਂ ਬਸਤਰ ਵੀ ਖੋਲੇ, ਬਿਸਤਰ ਵੀ ਖੋਲੇ, ਜਿਨ੍ਹਾਂ ਤੋਂ ਛੱਤ ਵੀ ਖੋਲੀ, ਪਾਣੀ ਵੀ ਖੋਲਿਆ, ਜਿਨ੍ਹਾਂ ਤੋਂ ਰੋਟੀ ਵੀ ਖੋਲੀ, ਔਰ ਜਿਹੜੇ ਝੂਠ ਤੇ ਨਿਰਭਰ ਕਰਦੇ ਰਹੇ, ਜਿਨ੍ਹਾਂ ਨੂੰ ਸਿਰ ਚੁੱਕਣਾ ਵੀ ਅਧਿਕਾਰ ਨਹੀਂ, ਤਾਂ ਵਿਦਿਆ ਦੀ ਜ਼ਰੂਰਤ ਕਿਸ ਨੂੰ? ਜਿਹਦੇ ਕੋਲ ਵਿਦਿਆ ਨਹੀਂ ਹੈ। ਤਾਂ ਭਾਰਤੀ ਸੰਵਿਧਾਨ ਵਿਦਿਆ ਜੋ ਦਿੰਦਾ ਹੈ, ਇਹਦਾ ਮਤਲਬ ਕੀ ਹੈ? ਕਿ ਜਿਨ੍ਹਾਂ ਲੋਕਾਂ ਕੋਲ ਕੋਈ ਵਿਦਿਆ ਨਹੀਂ ਹੈ, ਅੱਜ ਉਹ ਵਿਦਿਆ ਦੇ ਪੂਰਨ ਅਧਿਕਾਰੀ ਹੈ। ਹੁਣ ਇਹਦੀ ਉਦਾਹਰਣ ਕੀ ਹੈ? ਬਾਬਾ ਸਾਹਿਬ ਡਾਕਟਰ ਅੰਬੇਡਕਰ, ਜੋਤੀਰਾਓ ਫੁੱਲੇ, ਸ਼ਾਹੂ ਮਹਾਰਾਜ, ਉਹ ਤਾਂ ਪੜ੍ਹੇ ਅੰਗਰੇਜ਼ਾਂ ਦੇ ਰਾਜ 'ਚ। ਮੇਰਾ ਜਨਮ ਹੁੰਦਾ ਹੈ ਆਜ਼ਾਦੀ ਤੋਂ ਬਾਅਦ। ਬਾਬਾ ਸਾਹਿਬ ਨੇ 1915 ਚ MA ਪਾਸ ਕੀਤੀ, 1922 ਦੇ ਵਿੱਚ PhD ਵੱਡੀਆਂ ਵੱਡੀਆਂ ਡਿਗਰੀਆਂ ਲਈਆਂ, ਡੀਲੈਟ ਵਰਗੀਆਂ ਉਹ ਡਿਗਰੀਆਂ ਲੈ ਕੇ ਆਏ। ਮੇਰਾ ਜਨਮ ਹੁੰਦਾ ਹੈ 26 ਜਨਵਰੀ 1950 ਤੋਂ ਬਾਅਦ। ਕਿਤੇ ਸਕੂਲ ਦੀ ਟੱਲੀ ਵੱਜਦੀ, ਮੈਂ ਉਹਨੂੰ ਉਹ ਸਕੂਲ ਜਾਂਦਾ। ਔਰ ਮੈਂ 1970-71 ਦੇ ਵਿੱਚ MA ਕਰਦਾ, ਫਿਰ ਦੂਸਰੀ MA ਕਰਦਾ, ਫਿਰ ਅਗਲੀ ਪੜ੍ਹਾਈ ਸ਼ੁਰੂ ਕਰਦਾ। ਮੈਂ ਅੰਗਰੇਜ਼ੀ ਰਾਜ 'ਚ ਨਹੀਂ ਹੈ, ਮੈਂ ਬ੍ਰਾਹਮਣ ਦੇ ਰਾਜ 'ਚ ਵੀ ਨਹੀਂ ਹੈ, ਮੈਂ ਤਾਂ ਲੋਕਤੰਤਰ 'ਚ ਹੈ। ਭਾਰਤ ਗਣਤੰਤਰ ਬਣ ਗਿਆ, ਲੋਕਤੰਤਰ ਬਣ ਗਿਆ, ਮੈਂ ਤਾਂ ਉਹਦੇ ਜਨਮ ਲਿਆ। ਔਰ ਲੋਕਤੰਤਰ ਨੇ, ਗਣਤੰਤਰ ਨੇ ਜਾਂ ਉਹਦੇ ਸੰਵਿਧਾਨ ਨੇ ਸਾਰਿਆਂ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ। ਮੈਂ ਗਿਆ, ਮਜਬਿਆਂ ਦੇ ਮੁੰਡੇ ਗਏ, ਜੱਟਾਂ ਦੇ ਜਵਾਕ ਗਏ, ਚਮਾਰਾਂ ਦੇ ਜਵਾਕ ਗਏ, ਬਾਜੀਗਰਾਂ ਦੇ ਜਵਾਕ ਗਏ, ਨਾਈਆਂ ਛਿੰਬਿਆਂ ਦੇ ਜਵਾਕ ਗਏ, ਝਿਉਰਾਂ ਘੁਮਾਰਾਂ ਦੇ ਜਵਾਕ ਗਏ, ਲਾਲਿਆਂ ਦੇ ਜਵਾਕ ਗਏ, ਬ੍ਰਾਹਮਣਾਂ ਦੇ ਜਵਾਕ ਗਏ। ਅਸੀਂ ਸਾਰੇ ਦੇ ਸਾਰੇ ਇੱਕੋ ਜਮਾਤ 'ਚ ਬੈਠੇ ਜਾ ਕੇ, ਇਹ ਉੱਚੇ ਤੇ ਨੀਵੇਂ ਬਾਹਮਣ ਤੋਂ ਲੈ ਕੇ ਥੱਲੇ ਤੱਕ, ਨੀਚ ਤੱਕ, ਅਸੀਂ ਸਾਰੇ ਜਮਾਤ 'ਚ ਬੈਠੇ। ਔਰ ਸਾਡੇ ਮਾਸਟਰ ਨੇ ਸਾਡੀ ਉਂਗਲ ਫੜ ਕੇ ਸਾਨੂੰ ਧਰਤੀ ਦੇ ਉੱਤੇ ਲਿਖਣਾ ਸਿਖਾਇਆ। ਊੜਾ ਜਾਂ ਹਿੰਦੀ ਸਿਖਾਈ ਜਾਂ ਅੰਗਰੇਜ਼ੀ ਸਿਖਾਈ। ਪੂਰੇ ਦੇਸ਼ 'ਚ ਜਿੰਨੀਆਂ ਵੀ ਭਾਸ਼ਾਵਾਂ ਲੋਕ ਬੋਲਦੇ ਆ, ਉਹ ਉੱਥੇ ਗਏ ਔਰ ਉਹਨਾਂ ਨੂੰ ਪੜ੍ਹਾਇਆ। ਇਹ ਅੰਗਰੇਜ਼ੀ ਰਾਜ ਨਹੀਂ ਹੈ, ਇਹ ਬ੍ਰਾਹਮਣ ਦਾ ਰਾਜ ਵੀ ਨਹੀਂ ਹੈ, ਇਹ ਤਾਂ ਸੰਵਿਧਾਨ ਦਾ ਰਾਜ ਹੈ, ਇਹ ਤਾਂ ਲੋਕਤੰਤਰ ਹੈ, ਇਹ ਤਾਂ ਗਣਤੰਤਰ ਹੈ। ਹੁਣ ਜੇ ਮੈਂ
ਸਾਡੇ ਮਜਬਿਆਂ ਦੇ ਮੁੰਡੇ, ਚਮਾਰਾਂ ਦੇ ਮੁੰਡੇ, ਜਲਾਹਾਂ ਦੇ ਮੁੰਡੇ, ਤਖਾਣਾਂ ਦੇ ਮੁੰਡੇ, ਛਿੰਬਿਆਂ ਦੇ ਮੁੰਡੇ, ਨਾਈਆਂ ਦੇ ਮੁੰਡੇ, ਘੁਮਿਆਰਾਂ ਦੇ ਮੁੰਡੇ, ਜੱਟਾਂ ਦੇ ਮੁੰਡੇ, ਕੁੜੀਆਂ ਵੀ ਸਕੂਲ ਗਏ। ਤੇ ਬ੍ਰਾਹਮਣ ਨੇ ਤਾਂ ਸਾਨੂੰ ਅਧਿਕਾਰ ਨਹੀਂ ਦਿੱਤਾ। ਇਹ ਬ੍ਰਾਹਮਣ ਨੇ ਸਾਡੇ ਤੇ 3000 ਸਾਲ ਪਾਬੰਦੀਆਂ ਲਾਈਆਂ, ਸਾਡੀ ਜੀਭ ਕੱਟੀ, ਸਾਡੇ ਕੰਨਾਂ ਸਿੱਕਾ ਪਾਇਆ, ਸਾਡੀਆਂ ਅੱਖਾਂ ਕੱਢਤੀਆਂ, ਸਾਡੇ ਪੁੜਿਆਂ ਦੇ ਉੱਤੇ ਤੱਤੀਆਂ ਦਾਤੀਆਂ ਲਾਤੀਆਂ। ਅਸੀਂ ਬੋਲੇ ਤਾਂ ਸਾਡੀ ਧੌਣ ਕੱਟਦੀ। ਹੁਣ ਬ੍ਰਾਹਮਣ ਦਾ ਰਾਜ ਤਾਂ ਹੈ ਨਹੀਂ, ਅੰਗਰੇਜ਼ਾਂ ਦਾ ਰਾਜ ਹੁੰਦਾ ਸ਼ਾਇਦ ਅਸੀਂ ਫਿਰ ਵੀ ਸਕੂਲ ਚਲੇ ਜਾਂਦੇ, ਕਿਉਂਕਿ 1942 ਦੇ ਵਿੱਚ ਬਾਬਾ ਸਾਹਿਬ ਬੋਲਦੇ ਆ ਕਿ 1922 ਚ ਕੋਈ ਸਾਨੂੰ ਵੇਖਣ ਵਾਲਾ ਨਹੀਂ ਸੀ, ਪਰ ਅਸੀਂ ਲੜਾਈ ਲੜੀ ਔਰ 1942 ਚ 20 ਸਾਲ ਬਾਅਦ 500 ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੱਲੇ ਨੀਚ ਜਾਤੀ ਦੇ ਲੋਕ ਬਣੇ ਭਾਰਤ ਚ। ਇਹ ਅੰਗਰੇਜ਼ੀ ਰਾਜ ਦੀ ਕਹਾਣੀ ਸੁਣਾ ਰਿਹਾ ਮੈਂ। ਅੰਗਰੇਜ਼ੀ ਰਾਜ ਚਲਾ ਗਿਆ ਬਾਬਾ ਸਾਹਿਬ ਦੇ ਸੰਘਰਸ਼ ਕਰਕੇ ਜਾਂ ਦੂਜੇ ਮਹਾਨ ਮਨੁੱਖਾਂ ਦੇ ਸੰਘਰਸ਼ ਕਰਕੇ। ਜਦੋਂ ਬਾਬਾ ਸਾਹਿਬ ਦੇ ਹੱਥ ਜਿਹੜਾ ਸੰਵਿਧਾਨ ਲਿਖਣਾ ਆਇਆ ਤਾਂ ਉਹਦਾ ਨਤੀਜਾ ਕੀ ਨਿਕਲਿਆ ਕਿ ਅਸੀਂ ਸਾਰੇ ਨੀਚ ਜਿੰਨੇ ਸ਼ੂਦਰ ਹੈ ਉਹ ਟੱਲੀ ਸੁਣ ਕੇ ਸਕੂਲ ਚਲੇ ਗਏ। ਸਕੂਲ ਤੋਂ ਅਸੀਂ ਕਾਲਜ ਚਲੇ ਗਏ, ਸਾਨੂੰ ਕਾਲਜ ਵੀ ਕਿਸੇ ਨੇ ਨਹੀਂ ਰੋਕਿਆ। ਕਾਲਜ ਤੋਂ ਸਿੱਧੇ ਅਸੀਂ ਰਾਜਧਾਨੀਆਂ ਚਲੇ ਗਏ, ਯੂਨੀਵਰਸਿਟੀਆਂ ਚਲੇ ਗਏ। ਅਸੀਂ ਫਿਰ ਉੱਥੇ ਉੱਚੀ ਵਿੱਦਿਆ ਲਈ, ਸਾਨੂੰ ਕਿਸੇ ਨਹੀਂ ਰੋਕਿਆ। ਸਾਡੇ ਬੱਚੇ PhD ਕਰ ਗਏ, ਕਿਸੇ ਨਹੀਂ ਰੋਕਿਆ। ਕਿਉਂ? ਕਿਉਂਕਿ ਭਾਰਤ ਦੇ ਸੰਵਿਧਾਨ ਨੇ ਵਿੱਦਿਆ ਸਾਨੂੰ ਦਿੱਤੀ, ਇਹ ਅਧਿਕਾਰ ਸਾਨੂੰ ਦਿੱਤਾ। ਮੇਰੇ ਨਾਲ ਅਨੇਕ ਕੁੜੀਆਂ ਪੜ੍ਹਦੀਆਂ ਸੀ, ਸਾਰੀਆਂ ਜਾਤੀਆਂ ਦੀਆਂ ਕੁੜੀਆਂ ਪੜ੍ਹਦੀਆਂ ਸੀ। ਸਾਰੀਆਂ ਕੁੜੀਆਂ ਜਿਹੜੀਆਂ ਉਹ ਯੂਨੀਵਰਸਿਟੀ ਤੱਕ ਗਈਆਂ, ਉਹ ਗੈਰ ਹਿੰਦੂ, ਗੈਰ ਬ੍ਰਾਹਮਣ, ਗੈਰ ਖੱਤਰੀ, ਗੈਰ ਵੈਸ਼ ਲੋਕ ਸੀ ਸਾਰੇ। ਉਹ ਕਿਉਂ ਪੜ੍ਹੇ? ਕਿਉਂਕਿ ਹੁਣ ਮਨੂ ਸਿਮਰਤੀ ਦਾ ਰਾਜ ਨਹੀਂ ਚੱਲ ਰਿਹਾ, ਹੁਣ ਤਾਂ ਸੰਵਿਧਾਨ ਦਾ ਰਾਜ ਚੱਲ ਰਿਹਾ। ਤੁਸੀਂ ਮੈਨੂੰ ਦੱਸੋ ਕਿ ਕ੍ਰਾਂਤੀ ਹੋਰ ਕੀ ਹੁੰਦੀ ਹੈ? ਕਿਸੇ ਸਮਾਜ ਦਾ ਇਨਕਲਾਬ ਐਡਾ ਵੱਡਾ, ਸੰਸਾਰ ਦੇ ਉੱਤੇ ਮੈਂ ਸਾਰੇ ਇਨਕਲਾਬ ਪੜ੍ਹੇ ਆ, ਦੁਨੀਆ ਦੇ ਵਿੱਚ ਮੈਂ ਸਭ ਇਨਕਲਾਬ ਪੜ੍ਹੇ ਆ। ਐਡਾ ਵੱਡਾ ਇਨਕਲਾਬ ਧਰਤੀ ਤੇ ਕਦੇ ਨਹੀਂ ਹੋਇਆ ਕਿ ਨੀਚ ਤੋਂ ਨੀਚ ਆਦਮੀ ਉੱਠ ਕੇ ਯੂਨੀਵਰਸਿਟੀ 'ਚ ਪਹੁੰਚ ਜਾਏ। ਮੈਂ ਇੱਕ ਅਛੂਤ ਘਰ ਦੇ ਵਿੱਚ ਜਨਮ ਲਿਆ ਔਰ ਮੈਂ ਪੰਜਾਬ ਯੂਨੀਵਰਸਿਟੀ ਜਾ ਕੇ MA ਕੀਤੀ, ਪਟਿਆਲਾ ਯੂਨੀਵਰਸਿਟੀ ਜਾ ਕੇ MA ਕੀਤੀ, ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਜਾ ਕੇ ਮੈਂ ਪੜ੍ਹਿਆ। ਇਹਦਾ ਮਤਲਬ ਕੀ ਹੈ ਕਿ ਹੁਣ ਬ੍ਰਾਹਮਣ ਦਾ ਰਾਜ ਨਹੀਂ ਹੈ, ਮਨੂ ਦਾ ਰਾਜ ਨਹੀਂ ਹੈ। ਰਾਜ ਸੰਵਿਧਾਨ ਦਾ ਚੱਲ ਰਿਹਾ, ਰਾਜ ਕਾਨੂੰਨ ਦਾ ਚੱਲ ਰਿਹਾ, ਲੋਕਤੰਤਰ ਚੱਲ ਰਿਹਾ, ਗਣਤੰਤਰ ਚੱਲ ਰਿਹਾ। ਔਰ ਮੈਂ ਨੀਚਾ ਦਾ ਮੁੰਡਾ ਉੱਚੀ ਵਿਦਿਆ ਹਾਸਲ ਕਰ ਗਿਆ ਤਾਂ ਇਹਦਾ ਮਤਲਬ ਹੈ ਕਿ ਸੰਵਿਧਾਨ ਨੇ ਮੈਨੂੰ ਬ੍ਰਾਹਮਣ ਦੇ ਬਰਾਬਰ ਖੜਾ ਕਰਤਾ। ਹੋ ਸਕਦਾ ਮੇਰੇ ਨਾਲ ਬ੍ਰਾਹਮਣਾਂ ਦੇ ਜਵਾਕ ਵੀ ਬਹੁਤ ਪੜ੍ਹੇ ਹੋਣਗੇ, ਬੈਠੇ ਹੋਣਗੇ, ਹਿੰਦੂਆਂ ਦੇ ਜਵਾਕ ਵੀ ਪੜ੍ਹੇ ਹੋਣਗੇ, ਬੈਠੇ ਹੋਣਗੇ। ਹੋ ਸਕਦਾ ਕਿ ਮੇਰੇ ਜਿੰਨੀ ਵਿਦਿਆ ਹਾਸਲ ਉੱਚੀ ਉਹਨਾਂ ਨੇ ਨਹੀਂ ਕੀਤੀ ਹੋਈ, ਪਰ ਮੇਰੀ ਜੀਭ ਨਹੀਂ ਕੱਟੀ ਗਈ, ਮੇਰੇ ਕੰਨਾਂ 'ਚ ਸਿੱਕਾ ਨਹੀਂ ਪਿਆ, ਮੇਰੀਆਂ ਅੱਖਾਂ ਨਹੀਂ ਕੱਢੀਆਂ ਗਈਆਂ, ਮੇਰੀ ਗਰਦਨ ਨਹੀਂ ਕੱਟੀ ਗਈ, ਮੇਰੇ ਪਿੰਡੇ ਤੇ ਤੱਤੇ ਸਰੀਏ ਨਹੀਂ ਲਾਏ ਗਏ। ਹਾਂ, ਅਸੀਂ ਮੂਰਖਾਂ ਨੇ, ਸਾਡੇ ਲੋਕਾਂ ਨੇ, ਸਾਡੇ ਸ਼ੂਦਰ ਲੋਕਾਂ ਨੇ ਹੀ ਸਾਡਾ ਅਪਮਾਨ ਜ਼ਰੂਰ ਕੀਤਾ, ਸਾਡੇ ਨਾਲ ਸਾੜਾ ਜ਼ਰੂਰ ਕੀਤਾ। ਇਹ ਮੂਰਖਤਾ ਹੈ ਸਾਡੀ, ਕਿਉਂਕਿ ਸਾਨੂੰ ਸਮਝ ਹੀ ਨਹੀਂ ਕਿ ਗੱਲ ਕੀ ਹੈ। ਸਾਡੀ ਸਮਝ ਤੋਂ ਬਾਹਰ ਸੀ ਇਹ ਸਾਰਾ ਕੁਝ। ਕਿਉਂ? ਕਿਉਂਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਬੇੜੀ ਲਾ ਕੇ ਸਾਨੂੰ ਅੰਧਕਾਰ 'ਚ ਰੱਖਿਆ ਗਿਆ ਤੇ ਸੰਵਿਧਾਨ ਨੇ ਸਾਨੂੰ ਖਿੜਕ ਖੋਲ ਕੇ ਸਾਰਿਆਂ ਨੂੰ ਬਾਹਰ ਕੱਢਤਾ। ਤਾਂ ਸਾਨੂੰ ਤਾਂ ਆਜ਼ਾਦੀ ਦੀ ਸਮਝ ਲੱਗੀ ਨਹੀਂ। ਸਾਡੇ ਵਾਸਤੇ ਤਾਂ ਜਿਹੜਾ ਬਾਹਰ ਦਾ ਮਾਹੌਲ ਹੈ ਉਹੀ ਦੁਖਦਾਈ ਬਣ ਗਿਆ, ਸਾਨੂੰ ਤਾਂ ਉਹਦੀ ਸਮਝ ਹੀ ਨਹੀਂ ਲੱਗੀ। ਸਾਡੀਆਂ ਅੱਖਾਂ 'ਚ ਅੰਧਿਆ ਆ ਗਈਆਂ।
और साडे पैर है जिहड़े पिछे नूं मुड़दे रहे, जेलों वाल मुड़दे रहे। जिहड़ियां ब्राह्मण ने जेलां बनाईयां साडियां उन्हां वाल मुड़दे रहे, क्योंकि सानूं तां आज़ादी का पता ही नहीं सी। सानूं तां सिर्फ गुलामी का पता सी या नेरे का पता सी। तो जिन्हां ने गुलामी के नेरे चों बाहर अपने आप नूं नहीं कढिया वो साड़ा ईर्खा करते रहे, अज भी करते आ। हुण उन्हां दी की पूछ पट देंगे असीं, पर कोई आदमी साडे कन्नां 'च सिक्का नहीं पा सकदा, साडियां अखां नहीं कट सकदा, साडी जीभ नहीं कट सकदा। ते जिहड़े अजे भी कटदे आ ना, जिहड़े अजे भी सिक्का पाउण दी कोशिश करदे आ, जिहड़े सड़कां ते ढाह के अजे भी लत्तां बाहां भनदे आ, उन्हां दे दिन भी आउण वाले आ, उन्हां दे दिन भी आउण वाले आ। अज आ जाण, 2 साल नूं, 4 साल नूं, 10 साल नूं आ जाण, दिन उन्हां दे भी आउण वाले आ। अगर गल इत्थों तक आ गई है संविधान करके, तो यह गल अगे बहुत जानी है जी। यदि मैं उदाहरण देना चाहूंगा कि जिन्हां लोकां नूं बाबरी मस्जिद ढाउण तो बाद 27 साल तक किसी ने पूछा तक नहीं, और वो बाबरी मस्जिद ढा के सत्ता दे विच रहे, ते लोकां दी धौण ते गोडा रख के सत्ता च रहे, सत्ता चलाउंदे रहे। 2-3 दिन पहला सुप्रीम कोर्ट ने उन्हां सारिआं नूं दसता कि तुहाडा कीता कर्म है जिहड़ा वो देश के संविधान अनुसार गलत है। 25-27 साल बाद, यानी 25 साल बाद उन्होंने कहता कि तुसी जो कर्म किया वो संविधान अनुसार गलत है, भारत का संविधान थानू इजाजत नहीं सी दिंदा, इस करके तुहाडे ते बकायदा मुकदमा चलेगा। ये किवें हो गया? मैं ही तो कह रहा कि जिहड़े लोग अज सोटे डंडे लैके, रॉड लैके सड़कों के उत्ते लोगों नूं उन्हां दीयां लत्तां बाहां तोड़ते है, जां गलां च टायर पाउंदे है, जां औरतां नाल शरेआम बलात्कार करते हैं, जां पेट्रोल पा के छिड़क के मार दिंदे है, भारत के संविधान के अनुसार दिन उन्हां दे भी आउण वाले आ। समा लग सकता है, वक्त लग सकता है। अगर मेरे वर्गा नीच बंदा, अछूत बंदा, ब्राह्मण का दरकारिया बंदा पंजाब की राजधानी च बैठ के उच्ची विद्या हासिल कर सकता है, तो जिहड़े डंडे सोटे खांदे आ इन्हां दी कानून रखिया कर सकता है, क्योंकि कानून के सामने सारे बराबर है। यह है भारत का संविधान। और जदों कानून के सामने बराबर है, उहदे ते किसी वक्त दे जस्टिस की निगाह गई तो उन्हें साफ शब्दों च कहा कि 6 दिसंबर 1992 में संविधान के विरोध च जाके जिन्हां लोकां ने दूसरे फिरके दी बाबरी मस्जिद ढाई और सामने खड़ के ढुआई, जिन्हां ने कंस्पिरेसी की, षड्यंत्र किया, वो लोग भारत के संविधान की नज़र च दोषी है, चाहे वह किड्डी भी सत्ता दे विच किते भी पहुंचे हुए आ। हो सकता कल किसी होर नूं भी पूछा जाए, हो सकता जिहड़े अजे तक अपने आप को समझते हैं कि कानून साडी जेब च है, हो सकता कल उन्हां नूं भी पूछा जाए और पूछा जाएगा। जे भारत दीयां उच्च अदालतां दे विच मुसलमानां नूं, दलितां नूं, पछड़ियां नूं हिस्सेदारी मिली हुंदी तां अज भारत दे विच अन्याय इन्ना ना हुंदा, अन्याय की यह हालत ना हुंदी, क्योंकि भारत के संविधान नूं तोड़न वास्ते संविधान के विरोधी सत्ता च आ गया। सत्ता च आके उन्होंने जिहड़ा संविधान का कानून आ उहनूं रद्द करया, अपनी मर्जी नाल कमजोर किया, उन्होंने
ਉਹਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਤੇ ਆਪਣੀ ਜਮਾਤੀ ਹੰਕਾਰ ਦੀ ਸੁਰੱਖਿਆ ਕੀਤੀ। ਇਹੀ ਕਾਰਨ ਹੈ ਕਿ ਅੱਜ ਪੂਰੇ ਦੇਸ਼ ਦੀਆਂ ਸੜਕਾਂ ਦੇ ਉੱਤੇ ਗੁੰਡਾਗਰਦੀ ਨਜ਼ਰ ਆ ਰਹੀ ਹੈ। ਇਹੀ ਕਾਰਨ। ਪਰ ਅਸੀਂ ਦੇਖਦੇ ਹਾਂ ਕਿ ਵਕਤ ਬਦਲਦਾ ਹੈ। ਜਿਨ੍ਹਾਂ ਲੋਕਾਂ ਨੇ ਸਾਡੇ ਮੂੰਹ 'ਚ ਤੱਤਾ ਤੇਲ ਪਾਇਆ, ਸਾਡੇ ਕੰਨਾਂ 'ਚ ਸਿੱਕੇ ਪਾਏ, ਜਿਨ੍ਹਾਂ ਨੇ ਸਾਡੀਆਂ ਅੱਖਾਂ ਕੱਢੀਆਂ, ਜਿਨ੍ਹਾਂ ਨੇ ਸਾਡੀਆਂ ਗਰਦਨਾਂ ਕੱਟੀਆਂ, ਜਿਨ੍ਹਾਂ ਨੇ ਸਾਡੀਆਂ ਪਿੱਠਾਂ ਤੱਤਿਆਂ ਸਰੀਆਂ ਨਾਲ ਕੋਈਆਂ, ਜਿਨ੍ਹਾਂ ਨੇ ਸਾਨੂੰ ਜਿਉਂਦਿਆਂ ਜੀ ਸਾੜਿਆ, ਜਿਨ੍ਹਾਂ ਨੇ ਸਾਨੂੰ ਰੋਟੀ ਤੱਕ ਨਹੀਂ ਦਿੱਤੀ, ਪਾਣੀ ਦੀ ਬੂੰਦ ਤੱਕ ਨਹੀਂ ਦਿੱਤੀ, ਜਿਨ੍ਹਾਂ ਨੇ ਸਾਡੀਆਂ ਮਾਵਾਂ ਭੈਣਾਂ ਦਾਦੀਆਂ ਨੂੰ ਨੰਗੇ ਰਹਿਣ ਵਾਸਤੇ ਮਜਬੂਰ ਕੀਤਾ, ਤੇ ਜਿਨ੍ਹਾਂ ਨੇ ਔਰਤਾਂ ਨੂੰ ਆਪਣੀ ਮਰਜ਼ੀ ਦਾ ਖਿਲੌਣਾ ਬਣਾ ਕੇ ਰੱਖਿਆ, ਅੱਜ ਉਹ ਵੀ ਜੇਲ੍ਹਾਂ 'ਚ ਨਜ਼ਰ ਆਉਂਦੇ ਆ। ਅੱਜ ਉਹਨਾਂ ਨੂੰ ਵੀ ਫਾਂਸੀਆਂ ਹੁੰਦੀਆਂ। ਇਹ ਭਾਰਤੀ ਸੰਵਿਧਾਨ ਕਰਕੇ ਆ। ਮੇਰੇ ਵੀਰੋ, ਭਾਰਤ ਦੇ ਸੰਵਿਧਾਨ ਨੂੰ ਸਮਝਣਾ ਇੱਕੋ ਲਾਈਨ 'ਚ ਨਹੀਂ ਸਮਝਿਆ ਜਾ ਸਕਦਾ। ਹੁਣ ਮੈਂ ਇੱਥੇ ਤੀਜੇ ਅਧਿਕਾਰ ਦੀ ਗੱਲ ਕਰਦਾ, ਫੰਡਾਮੈਂਟਲ ਰਾਈਟ ਦੀ, ਕਿ ਭਾਰਤ ਦੇ ਮਨੁੱਖਾਂ ਨੂੰ ਘੁੰਮਣ ਤੇ ਫਿਰਨ ਦਾ ਅਧਿਕਾਰ ਦਿੱਤਾ ਗਿਆ ਕਿ ਦੁਨੀਆ ਦੇ ਕਿਸੇ ਵੀ ਮੁਲਕ ਤੱਕ ਭਾਰਤ ਦਾ ਨਾਗਰਿਕ ਜਾ ਸਕਦਾ ਹੈ। ਹੁਣ ਤੁਸੀਂ ਦੱਸੋ ਕਿ ਇਹ ਬ੍ਰਾਹਮਣ ਦਾ ਅਧਿਕਾਰ ਹੈ? ਇਹ ਬ੍ਰਾਹਮਣਾਂ ਨੂੰ ਵੀ ਮੈਂ ਪੁੱਛ ਸਕਦਾ ਹਾਂ ਕਿ ਇਹ ਤੁਹਾਡਾ ਅਧਿਕਾਰ ਹੈ? ਤੁਸੀਂ ਤਾਂ ਪਹਿਲਾਂ ਹੀ ਅਧਿਕਾਰ ਰੱਖਦੇ ਸੀ। ਤੁਸੀਂ ਤਾਂ ਜਿਹੜੀ ਮਰਜ਼ੀ ਸੜਕ ਤੇ ਤੁਰਦੇ, ਜਿਹਦੀ ਮਰਜ਼ੀ ਗਲੀ 'ਚ ਤੁਰਦੇ ਸੀ। ਦਿੱਲੀ ਦੱਖਣ ਸਭ ਤੁਹਾਡਾ ਸੀ। ਤੁਹਾਡੇ ਮੂਹਰੇ ਲੋਕ ਆ ਜਿਹੜੇ ਲੰਮੇ ਪੈ ਕੇ ਤੁਹਾਨੂੰ ਸਲਾਮ ਕਰਦੇ ਸੀ। ਤੁਹਾਡੇ ਮੂਹਰੇ ਤਾਂ ਸਿਰ ਨਹੀਂ ਸੀ ਚੁੱਕਦਾ ਕੋਈ। ਇਹ ਤੁਹਾਡੇ ਅਧਿਕਾਰ ਦਾ ਮਸਲਾ ਹੀ ਨਹੀਂ ਹੈ ਕਿ ਜਿਹਦੇ ਕੋਲ ਤਲਵਾਰ ਹੈ ਤੇ ਜਿਹੜਾ ਤਲਵਾਰ ਨਾਲ ਜਿਹਦੀ ਮਰਜ਼ੀ ਗਰਦਨ ਕੱਟ ਸਕਦਾ ਹੈ, ਔਰ ਇਹਦਾ ਇਹ ਧਾਰਮਿਕ ਅਧਿਕਾਰ ਹੈ, ਭਗਵਾਨ ਨੇ ਦਿੱਤਾ ਹੋਇਆ। ਉਹ ਕਸ਼ਤਰੀ ਕੀ ਉਹਨੂੰ ਘੁੰਮਣ ਫਿਰਨ ਦਾ ਅਧਿਕਾਰ ਹੈ? ਜਿਹਨੂੰ ਗਲੀ ਨਹੀਂ ਕੋਈ ਰੋਕ ਸਕਦੀ, ਜਿਹਨੂੰ ਧਰਤੀ ਦਾ ਕੋਈ ਹਿੱਸਾ ਰੋਕ ਨਹੀਂ ਸਕਦਾ, ਕੀ ਉਹਦਾ ਅਧਿਕਾਰ ਹੈ? ਜਾਂ ਫਿਰ ਉਸ ਵੈਸ਼ ਬਣੀਏ ਦਾ ਜਿਹੜਾ ਭਾਰਤ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਆਪਣਾ ਧੰਦਾ ਕਰ ਸਕਦਾ ਹੈ ਔਰ ਉਹਨੂੰ ਪੁੱਛਣ ਵਾਲਾ ਕੋਈ ਨਹੀਂ, ਕੀ ਉਹਦਾ ਅਧਿਕਾਰ ਹੈ? ਨਹੀਂ, ਇਹ ਉਹਦਾ ਅਧਿਕਾਰ ਬਿਲਕੁਲ ਨਹੀਂ ਹੈ। ਇਹ ਕਿਸ ਦਾ ਅਧਿਕਾਰ ਹੈ? ਜਿਹਨੂੰ ਘੁੰਮਣ ਦਾ ਅਧਿਕਾਰ ਹੀ ਕੋਈ ਨਹੀਂ, ਜਿਹਨੂੰ ਗਲੀ 'ਚ ਨਿਕਲਣ ਦਾ ਅਧਿਕਾਰ, ਜਿਹਨੂੰ ਪਰਛਾਵਾਂ ਪਾਉਣ ਦਾ ਅਧਿਕਾਰ, ਜਿਹਨੂੰ ਬਸਤੀ 'ਚ ਵੜਨ ਦਾ ਅਧਿਕਾਰ ਨਹੀਂ, ਤੇ ਜਿਹਦੇ ਬਸਤੀ 'ਚ ਆਉਣ ਤੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਸੀ, ਇਹ ਉਹਦਾ ਅਧਿਕਾਰ ਹੈ। ਉਹਨਾਂ ਔਰਤਾਂ ਦਾ ਅਧਿਕਾਰ ਹੈ ਜਿਹੜੀਆਂ ਖੂੰਜਿਆਂ 'ਚ ਬੈਠੀਆਂ ਮਰ ਜਾਂਦੀਆਂ ਸੀ ਔਰ ਉਹਨਾਂ ਨੂੰ ਕੋਈ ਬਾਹਰ ਨਹੀਂ ਸੀ ਨਿਕਲ ਦਿੱਤਾ ਜਾਂਦਾ। ਅਜੇ ਮੇਰੇ ਬਚਪਨ ਦੇ ਵਿੱਚ ਵੀ ਮੇਰੇ ਪਿੰਡ ਦੇ ਲੋਕ, ਸ਼ੂਦਰ ਲੋਕ, ਜਾਣੀ ਅਸੀਂ ਸਾਰੇ ਸ਼ੂਦਰ ਲੋਕ, ਚਾਹੇ ਜੱਟ ਸੀ, ਚਾਹੇ ਤਖਾਣ, ਚੀਬੇ, ਚੌਰ, ਨਾਈ, ਮਜਬੀ, ਚਮਾਰ, ਸਾਰੇ ਦੇ ਸਾਰੇ, ਸਾਡੇ ਬੁੜੇ ਤੜ ਜਮਾਉਂਦੇ ਹੁੰਦੇ ਸੀ ਇਸ ਗੱਲ ਦੀ ਕਿ ਜਨਾਨੀ ਦਾ ਕੰਮ ਕੀ ਆ ਬਾਹਰ ਨਿਕਲਣ ਦਾ। ਜਾਣੀ ਜੇ ਕੋਈ ਔਰਤ ਬਾਹਰ ਜਾਣਾ ਚਾਹੁੰਦੀ ਜਾਂ ਆਪਣੀ ਜ਼ਿੰਦਗੀ ਨੂੰ ਥੋੜਾ ਸਮਾਨਾਂਤਰ ਹਵਾ ਦੇ ਵਿੱਚ ਰੱਖ ਕੇ ਕੋਈ ਅਧਿਕਾਰ ਮਾਣਨਾ ਚਾਹੁੰਦੀ ਬਰਾਬਰੀ ਦਾ, ਤਾਂ ਲੋਕ ਸਾਡੇ ਕੀ ਆਖਦੇ? ਇਹਦੇ ਮਾਰ ਗੁੱਤ 'ਚ ਮਾਰ, ਇਹਦੇ ਗਿੱਟੇ ਤੋੜ ਇਹਦੇ। ਇਹ ਮੈਂ ਆਪਣੇ ਬਚਪਨ 'ਚ ਦੇਖਦਾ ਰਿਹਾ ਸਾਰਾ ਕੁਝ। ਜਾਣੀ ਬ੍ਰਾਹਮਣ ਦਾ ਸਿਧਾਂਤ ਮੇਰੇ ਬਚਪਨ ਤੱਕ 60, 65 ਤੱਕ, 70 ਤੱਕ ਬੁਰੀ ਤਰ੍ਹਾਂ ਲਾਗੂ ਸੀ, ਔਰ 70 ਤੋਂ ਬਾਅਦ ਉਸ ਜਿਹੜਾ ਕਾਨੂੰਨ ਹੈ ਬ੍ਰਾਹਮਣ ਦਾ ਉਹ ਟੁੱਟਣਾ ਸ਼ੁਰੂ ਹੋ ਗਿਆ। ਜਦ ਮੇਰੇ ਨਾਲ ਕੁੜੀਆਂ ਪੜ੍ਹੀਆਂ, ਅਸੀਂ ਇਕੱਠੇ ਪੜ੍ਹੇ, ਅਸੀਂ ਇਕੱਠੇ ਡੈਸਕਾਂ ਤੇ ਬੈਠਦੇ,
ਅਸੀਂ ਇਕੱਠੇ ਜਮਾਤਾਂ ਪਾਸ ਕਰਦੇ। ਔਰ ਜਦੋਂ ਮੈਂ ਚੰਡੀਗੜ੍ਹ ਯੂਨੀਵਰਸਿਟੀ 'ਚ ਪਹੁੰਚਿਆ ਤਾਂ ਹਜ਼ਾਰਾਂ ਕੁੜੀਆਂ, ਜਿਹਦੇ ਸ਼ੂਦਰਾਂ ਦੀਆਂ ਕੁੜੀਆਂ ਵੀ ਬਰਾਬਰ ਸੀ, ਉਹ ਸਾਰੀਆਂ ਵਿੱਦਿਆ ਹਾਸਲ ਕਰ ਰਹੀਆਂ ਸੀ। ਔਰ ਮੇਰੀ ਇੱਕ ਪ੍ਰੋਫੈਸਰ ਸੀ, ਬਣੀਆਂ ਦੀ ਕੁੜੀ, ਇੱਕ ਬਣੀਆਂ ਦੀ ਕੁੜੀ ਮੇਰੀ ਪ੍ਰੋਫੈਸਰ ਸੀ। ਮੈਨੂੰ ਪੋਲੀਟੀਕਲ ਸਾਇੰਸ ਦੀ MA ਕਰਵਾ ਰਹੀ ਸੀ, ਉਹ ਪੜ੍ਹਾ ਰਹੀ ਸੀ ਨਾਈਟ ਕਾਲਜ ਦੇ ਵਿੱਚ। ਔਰ ਉਹ ਇਕੱਲੀ ਨਹੀਂ ਸੀ, ਸੈਂਕੜੇ ਕੁੜੀਆਂ ਹੋਰ ਸੀ। ਜੇ ਤੁਸੀਂ ਕਹੋ ਵੀ ਉਹ ਤਾਂ ਬਾਣੀਆਂ ਦੀ ਕੁੜੀ ਸੀ, ਅਰੇ ਬਾਣੀਆਂ ਦੀ ਕੁੜੀ ਨੂੰ ਕੌਣ ਅਧਿਕਾਰ ਦਿੰਦਾ ਸੀ? ਜੇ ਉੱਥੇ ਕੋਈ ਬ੍ਰਾਹਮਣੀ ਵੀ ਸੀ ਪ੍ਰੋਫੈਸਰ, ਉਹਨੂੰ ਕਿਹਨੇ ਪੜ੍ਹਨ ਦਿੱਤਾ? ਬ੍ਰਾਹਮਣ ਦੇ ਕਾਨੂੰਨ ਮੁਤਾਬਕ ਕੋਈ ਔਰਤ ਨਹੀਂ ਸੀ ਪੜ੍ਹ ਸਕਦੀ, ਕੋਈ ਔਰਤ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀ। ਅਰੇ ਜਿੰਨਾ ਬ੍ਰਾਹਮਣਾ ਬਾਣੀਆਂ ਦੀਆਂ ਕੁੜੀਆਂ ਨੂੰ ਪਤੀ ਮਰਨ ਤੋਂ ਬਾਅਦ ਚਿਖਾ ਛਾਲ ਮਾਰਨੀ ਪੈਂਦੀ ਸੀ, ਤੁਸੀਂ ਉਹਨੂੰ ਬਰਾਬਰ ਸਮਝਦੇ ਆ? ਭਾਰਤੀ ਸੰਵਿਧਾਨ ਨੇ ਕਿਹਾ ਨਹੀਂ, ਅੱਜ ਤੋਂ ਬਾਅਦ ਜਿੰਨੇ ਅਧਿਕਾਰ ਬੰਦੇ ਦੇ ਓਨੇ ਅਧਿਕਾਰ ਔਰਤ ਦੇ। ਔਰ ਔਰਤ ਪ੍ਰੋਫੈਸਰ ਵੀ ਬਣੀ, ਹੈਡ ਆਫ ਦੀ ਡਿਪਾਰਟਮੈਂਟ ਵੀ ਬਣੀ, ਰੀਡਰ ਵੀ ਬਣੀ, ਉਹ IAS ਵੀ ਕਰਦੀ ਅੱਜ। ਤੁਸੀਂ ਬ੍ਰਾਹਮਣ ਔਰਤ ਦੀ IAS ਦੀ ਗੱਲ ਛੱਡੋ, ਸ਼ਡਿਊਲਡ ਕਾਸਟ ਔਰਤ ਹੈ ਜਿਹੜੀ, ਉਹ IAS ਕਰਦੀ ਹੈ ਤਾਂ ਟੌਪ ਕਰਦੀ ਹੈ ਇੰਡੀਆ 'ਚ। ਆਦਿਵਾਸੀ ਕੁੜੀ ਜਿਹੜੀ ਹੈ ਉਹ ਟੌਪ ਕਰਦੀ ਹੈ ਇੰਡੀਆ 'ਚ। ਔਰ ਇੱਕ ਝੌਂਪੜੀ ਦੇ ਵਿੱਚ ਖੜੀ, ਇੱਕ ਝੌਂਪੜੀ 'ਚ ਕੁੜੀ ਦੇਖੀ ਖੜੀ ਮੈਂ, ਜਿਹਨੇ IT ਦੇ ਵਿੱਚ ਟੌਪ ਕੀਤਾ। ਔਰ ਰਾਜਸਥਾਨ ਦੀ ਇੱਕ ਸ਼ਡਿਊਲਡ ਕਾਸਟ ਕੁੜੀ ਭਾਰਤ ਦੀ ਪਹਿਲੀ ਰੇਲ ਪਾਇਲਟ ਬਣੀ। ਹੁਣੇ ਇੱਕ ਮੁਸਲਮਾਨਾਂ ਦੀ ਕੁੜੀ IAS ਬਣੀ, ਇੱਕ IPS ਬਣੀ। ਇਹ ਉਹਨਾਂ ਨੂੰ ਤਾਂ ਨਹੀਂ ਪਤਾ, ਇਹ ਤਾਂ ਸਾਨੂੰ ਤਾਂ ਪਤਾ ਹੈ ਨਾ ਕਿ ਬ੍ਰਾਹਮਣ ਦਾ ਸਿਧਾਂਤ ਨਹੀਂ ਇਹ ਘੁੰਮਣ ਫਿਰਨ ਦਾ ਸਿਧਾਂਤ ਹੈ ਜਿਹੜਾ, ਉਹਦੇ 'ਚ ਆਉਂਦੀ ਹੈ ਚੀਜ਼, ਵਿੱਦਿਆ ਦਾ ਅਧਿਕਾਰ ਵੀ ਆਉਂਦਾ ਹੈ। ਉਹ ਬਾਹਰ ਨਿਕਲੂ ਤਾਂ ਪੜੂ, ਅਗਰ ਔਰਤ ਬਾਹਰ ਨਿਕਲੂ ਤਾਂ ਪੜੂਗੀ, ਗੁਲਾਮ ਬਾਹਰ ਨਿਕਲੂ ਤਾਂ ਪੜੂਗਾ। ਤਾਂ ਅਸੀਂ ਘੁੰਮਣ ਫਿਰਨ ਦਾ ਅਧਿਕਾਰ ਲੈ ਕੇ ਇਹ ਜਿਹੜੇ ਬਾਹਰਲੀ ਦੁਨੀਆ 'ਚ ਭਾਰਤ ਦੇ ਲੋਕ, ਬ੍ਰਾਹਮਣ ਬਣੀਆਂ ਤੇ ਖੱਤਰੀ ਵੀ, ਜੱਟਾਂ ਤਖਾਣਾ ਦੀ ਗੱਲ ਛੱਡੋ, ਚਿੰਬਿਆਂ ਚੋਰਾਂ ਮਜਬੀਆਂ ਦੀ ਗੱਲ ਛੱਡੋ, ਤੁਸੀਂ ਚਮਾਰਾਂ ਦੀ ਗੱਲ ਛੱਡੋ, ਤੁਸੀਂ ਜਿਹੜਾ ਬ੍ਰਾਹਮਣ ਹੈ, ਬ੍ਰਾਹਮਣ ਦਾ ਵੀ ਅਧਿਕਾਰ ਨਹੀਂ ਸੀ ਉਹ ਕਿ 7 ਸਮੁੰਦਰ ਪਾਰ ਕਰ ਜਾਏ। ਇਹ ਬ੍ਰਾਹਮਣ ਦਾ ਕਾਨੂੰਨ ਸੀ, ਇਹ ਮਨੂ ਦਾ ਕਾਨੂੰਨ ਕਹਿੰਦੇ ਆ। ਇਹ ਪਤੰਜਲੀ ਹੈ ਜਿਹੜਾ, ਇਹ ਗੁਰੂ ਆ ਉਹਦਾ, ਜਾਨੀ ਪਿਓ ਦਾ ਪਿਓ ਹੈ, ਇਹ ਸਿਖਾਉਂਦਾ ਸੀ ਸਾਰਾ ਕੁਝ ਕਿ ਬ੍ਰਾਹਮਣਾਂ ਦੀ ਔਰਤ ਤੇ ਬ੍ਰਾਹਮਣ ਦਾ ਬੰਦਾ, ਬ੍ਰਾਹਮਣਾਂ ਦੀ ਔਰਤ ਘਰ ਚੋਂ ਨਹੀਂ ਨਿਕਲ ਸਕਦੀ ਤੇ ਬ੍ਰਾਹਮਣ ਬੰਦਾ 7 ਸਮੁੰਦਰ ਪਾਰ ਨਹੀਂ ਕਰ ਸਕਦਾ, ਭਾਰਤ ਨਹੀਂ ਛੱਡ ਸਕਦਾ। ਤੇ ਅੱਜ ਬ੍ਰਾਹਮਣ ਤੇ ਬਣੀਆਂ ਦੁਨੀਆ ਭਰ ਦੇ ਵਿੱਚ ਗਏ ਹੋਏ ਆ। ਇਹ ਬ੍ਰਾਹਮਣ ਦੇ ਕਾਨੂੰਨ ਮੁਤਾਬਕ ਨਹੀਂ ਗਏ, ਇਹ ਬ੍ਰਾਹਮਣ ਦਾ ਸੰਵਿਧਾਨ ਨਹੀਂ ਹੈ, ਇਹ ਰਿਗਵੇਦ ਦਾ ਸਿਧਾਂਤ ਨਹੀਂ ਹੈ, ਇਹ ਗੀਤਾ ਦਾ ਸਿਧਾਂਤ ਨਹੀਂ ਹੈ, ਨਾ ਇਹ ਰਾਮਾਇਣ ਦਾ ਸਿਧਾਂਤ ਹੈ। ਇਹ ਸਿਧਾਂਤ ਭਾਰਤੀ ਸੰਵਿਧਾਨ ਦਾ ਹੈ ਕਿ ਅੱਜ ਬ੍ਰਾਹਮਣ 7 ਸਮੁੰਦਰ ਪਾਰ ਕਰਕੇ ਅਮਰੀਕਾ 'ਚ ਤੁਰਿਆ ਫਿਰਦਾ, ਨਿਊਜ਼ੀਲੈਂਡ 'ਚ ਤੁਰਿਆ ਫਿਰਦਾ, ਜਾਪਾਨ 'ਚ ਤੁਰਿਆ ਫਿਰਦਾ, ਕੈਨੇਡਾ 'ਚ, ਇੰਗਲੈਂਡ 'ਚ, ਆਸਟ੍ਰੇਲੀਆ 'ਚ, ਪਤਾ ਨਹੀਂ ਕਿਹੜੇ ਕਿਹੜੇ ਮੁਲਕ 'ਚ ਬ੍ਰਾਹਮਣ ਛਤਰੀ ਤੇ ਵੈਸ਼ ਤੁਰੇ ਫਿਰਦੇ ਆ, ਔਰ ਉਹਦੇ ਨਾਲ ਹੀ ਸ਼ੂਦਰ ਤੁਰੇ ਫਿਰਦੇ ਆ। ਪੰਜਾਬ ਦੇ 50 ਲੱਖ ਲੋਕ ਆ ਜਿਹੜੇ ਸ਼ੂਦਰ ਕੱਲੇ, ਜੱਟ ਤਖਾਣ ਨਾਈ ਚਿੰਬੇ ਚੌਰ ਮਜਬੀ ਚਮਾਰ ਸਾਂਸੀ ਬੌਰੀਆ ਗਿੱਦੜ ਕੋਟੈਰਾ ਵਗੈਰਾ ਜੋ ਵੀ ਹੈ ਲਵਾਣੇ, ਇਹ ਸਾਰੇ 50 ਲੱਖ ਦੇ ਕਰੀਬ ਬਾਕੀ ਦੁਨੀਆ 'ਚ ਤੁਰੇ ਫਿਰਦੇ ਆ। ਇਹ ਅਧਿਕਾਰ ਕਿਹਨੇ ਦਿੱਤਾ ਹੈ? ਇਹ ਜਿਹੜੇ ਲੋਕ ਕਹਿੰਦੇ ਆ ਕਿ ਸੰਵਿਧਾਨ ਨੇ ਸਾਡਾ ਕੀ ਸਵਾਰਿਆ, ਜਰਾ ਉਹ ਸੁਣੋ ਮੇਰੀ ਗੱਲ। ਇਹ ਪਾਸਪੋਰਟ ਤੁਹਾਡਾ ਨਾ, ਜਿਹੜੇ ਬ੍ਰਾਹਮਣ ਨੇ ਨਹੀਂ ਦਿੱਤਾ ਤੁਹਾਨੂੰ,
ਇਹ ਰਿਗਵੇਦ ਨੇ ਨਹੀਂ ਦਿੱਤਾ ਤੁਹਾਨੂੰ, ਮਨੂ ਸਿਮਰਤੀ ਨੇ ਨਹੀਂ ਦਿੱਤਾ। ਇਹ ਪਾਸਪੋਰਟ ਤੁਹਾਨੂੰ ਗੀਤਾ ਦੇ ਅਧਿਕਾਰਾਂ ਥੱਲੇ ਨਹੀਂ ਆਇਆ। ਇਹ ਰਮਾਇਣ ਤੁਲਸੀਦਾਸ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਤੁਸੀਂ ਬਾਹਰ ਜਾਓਗੇ। ਇਹ ਭਾਰਤੀ ਸੰਵਿਧਾਨ ਨੇ ਘੁੰਮਣ ਫਿਰਨ ਦਾ ਅਧਿਕਾਰ ਦਿੱਤਾ, ਤਦ ਤੁਹਾਡਾ ਪਾਸਪੋਰਟ ਬਣਿਆ, ਤਦ ਤੁਸੀਂ ਦੁਨੀਆ ਵੇਖਣ ਲੱਗੇ। ਇਹ ਬ੍ਰਾਹਮਣ ਵੀ ਸੁਣੋ, ਛਤਰੀ ਵੀ ਸੁਣੋ ਤੇ ਵੈਸ਼ ਵੀ ਸੁਣੋ ਕਿ ਬ੍ਰਾਹਮਣ ਤੁਹਾਨੂੰ ਬਾਹਰ ਨਹੀਂ ਸੀ ਨਿਕਲਣ ਦਿੰਦਾ ਸਮੁੰਦਰਾਂ ਤੋਂ। ਤੇ ਸਾਡੀ ਹਾਲਤ ਇੱਥੋਂ ਤੱਕ ਸੀ ਕਿ ਸਾਡੇ ਬ੍ਰਾਹਮਣ ਤੇ ਬਣੀਏ ਅੰਗਰੇਜ਼ੀ ਰਾਜ ਚ ਜਿਹੜੇ ਇੰਗਲੈਂਡ ਗਏ, ਉਹ ਗੰਗਾ ਜਲ ਨਾਲ ਲੈ ਕੇ ਗਏ। ਬ੍ਰਾਹਮਣ ਦੇ ਕਾਨੂੰਨ ਮੁਤਾਬਕ ਗੰਗਾ ਜਲ ਨਾਲ ਲੈ ਕੇ ਗਏ, ਗਾਂਧੀ ਵੀ ਔਰ ਬਾਲ ਗੰਗਾਧਰ ਤਿਲਕ ਵਰਗੇ ਵੀ, ਤਾਂ ਕਿ ਉਹ ਵਿਦੇਸ਼ ਸਮੁੰਦਰ ਪਾਰ ਕਰਨ ਤੋਂ ਬਾਅਦ ਗੰਗਾ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਸਕਣ। ਇਹ ਹੈ ਸਾਡੀ ਹਾਲਤ। ਅੱਜ ਭਾਰਤ ਤੋਂ ਕਰੋੜਾਂ ਲੋਕ ਬਾਹਰ ਗਏ ਹੋਏ ਆ। ਕਿੰਨੇ ਲੋਕ ਗੰਗਾ ਜਲ ਲੈ ਕੇ ਗਏ ਆ? ਜੱਟਾਂ ਨੂੰ, ਤਖਾਣਾ ਨੂੰ, ਛਿੰਬਿਆਂ ਨੂੰ ਪੁੱਛੋ, ਚਮਾਰਾਂ ਨੂੰ ਤੇ ਮਜਬੀਆਂ ਨੂੰ ਪੁੱਛੋ ਜਿਹੜੇ ਗਏ ਬਾਹਰ, ਵਾਲਮੀਕੀ ਜਿਹੜੇ ਬਾਹਰ ਗਏ ਆ, ਜਾਂ ਤੁਹਾਡੀਆਂ ਔਰਤਾਂ ਜਿਹੜੀਆਂ ਸਾਰੀਆਂ ਬਾਹਰ, ਅੱਜ ਬ੍ਰਾਹਮਣ ਔਰਤਾਂ ਵੀ ਬਾਹਰ ਹੈ, ਕਿੰਨੀ ਜਾਣੀਆਂ ਗੰਗਾ ਜਲ ਲੈ ਕੇ ਗਏ ਤੁਸੀਂ? ਇਹ ਗੰਗਾ ਜਲ ਨੇ ਪਾਸਪੋਰਟ ਦਿੱਤਾ ਤੁਹਾਨੂੰ ਜਾਂ ਭਾਰਤੀ ਸੰਵਿਧਾਨ ਨੇ ਦਿੱਤਾ? ਸਵਾਲ ਇਹ ਹੈ ਮੇਰੇ ਵੀਰੋ, ਸਵਾਲ ਇਹ ਹੈ ਕਿ ਭਾਰਤੀ ਸੰਵਿਧਾਨ ਨੇ ਤੁਹਾਨੂੰ ਘੁੰਮਣ ਫਿਰਨ ਦਾ ਅਧਿਕਾਰ ਦਿੱਤਾ। ਅਸੀਂ ਨੀਚ ਲੋਕ ਗਲੀਆਂ 'ਚ ਆਏ, ਗਲੀਆਂ ਤੋਂ ਸੜਕਾਂ ਤੇ ਆਏ, ਸੜਕਾਂ ਤੋਂ ਕਾਲਜਾਂ 'ਚ ਗਏ, ਕਾਲਜਾਂ ਤੋਂ ਯੂਨੀਵਰਸਿਟੀਆਂ 'ਚ ਗਏ, ਅਸੀਂ ਪੜ੍ਹੇ, ਫਿਰ ਪਾਸਪੋਰਟ ਬਣਾਏ, ਫਿਰ ਦੁਨੀਆ ਘੁੰਮ ਗਏ। ਮੈਨੂੰ ਮੇਰੇ ਸਾਥੀਆਂ ਨੇ ਕਿੰਨੇ ਵਾਰ ਬਾਹਰਲੇ ਦੇਸ਼ਾਂ 'ਚ ਬੁਲਾਇਆ। ਹੁਣ ਮੇਰੇ ਅਮਰੀਕਾ ਦੇ ਸਾਥੀ ਮਗਰ ਪਏ ਹੋਏ ਆ ਕਿ ਮੈਂ ਅਮਰੀਕਾ ਆਵਾਂ। ਮੇਰਾ ਕਹਿਣ ਦਾ ਮਤਲਬ ਹੈ ਕਿ ਮੈਨੂੰ ਅਧਿਕਾਰ ਕਿਸ ਨੇ ਦਿੱਤਾ? ਬ੍ਰਾਹਮਣ ਨੇ ਨਹੀਂ ਦਿੱਤਾ। ਇਹ ਮੈਨੂੰ ਅਧਿਕਾਰ ਭਗਵਾਨ ਨੇ ਨਹੀਂ ਦਿੱਤਾ। ਕਿਸੇ ਭਗਵਾਨ ਨੇ ਮੈਨੂੰ ਅਧਿਕਾਰ ਨਹੀਂ ਦਿੱਤਾ ਹੈ। ਕਿਸੇ ਦੇਵੀ ਦੇਵਤਾ ਜਾਂ ਬ੍ਰਾਹਮਣ ਨੇ ਅਧਿਕਾਰ ਨਹੀਂ ਦਿੱਤਾ। ਇਹ ਅਧਿਕਾਰ ਮੈਨੂੰ ਭਾਰਤ ਦੇ ਸੰਵਿਧਾਨ ਨੇ ਦਿੱਤਾ ਹੈ, ਲੋਕਤੰਤਰ ਨੇ ਦਿੱਤਾ ਹੈ, ਗਣਤੰਤਰ ਨੇ ਦਿੱਤਾ ਹੈ, ਜਿਹਨੂੰ ਅੰਗਰੇਜ਼ੀ 'ਚ ਰਿਪਬਲਿਕ ਆਫ ਇੰਡੀਆ ਕਹਿੰਦੇ ਆ। ਇਹ ਉਹਦਾ ਅਧਿਕਾਰ ਹੈ। ਹੁਣ ਇਸ ਘੁੰਮਣ ਫਿਰਨ ਦੇ ਅਧਿਕਾਰ ਨੇ ਤਾਂ ਬ੍ਰਾਹਮਣ ਨੂੰ ਵੀ ਅਮਰੀਕਾ ਭੇਜਤਾ। ਤਾਂ ਬ੍ਰਾਹਮਣ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਇਸ ਗੱਲ ਤੇ, ਜਿਹੜਾ ਅਜੇ ਵੀ ਤਿੜ ਕੇ ਗੱਲਾਂ ਕਰਦਾ ਹੈ ਕਿ ਯਾਰ ਮੈਨੂੰ ਵੀ ਸੰਵਿਧਾਨ ਨੇ ਅਮਰੀਕਾ ਭੇਜਤਾ। ਉਹਨੂੰ ਸਾਨਮੰਦ ਹੋਣਾ ਚਾਹੀਦਾ। ਜਿਹੜੇ ਲੱਖਾਂ ਬ੍ਰਾਹਮਣ ਬਣੀਏ ਤੇ ਛਤਰੀ ਬਾਹਰ ਗਏ ਵੇ ਆ, ਜਿਨ੍ਹਾਂ ਨੂੰ ਬ੍ਰਾਹਮਣ ਕਦੇ ਅਧਿਕਾਰ ਨਹੀਂ ਸੀ ਦਿੰਦਾ ਭਾਰਤ ਦੀ ਧਰਤੀ ਤੋਂ ਪੈਰ ਬਾਹਰ ਰੱਖਣ ਦਾ, ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਦੁਨੀਆ ਭਰ ਦੇ ਵਿੱਚ ਭੇਜਤਾ। ਉਹਨਾਂ ਨੂੰ ਇੰਨੀ ਸ਼ਰਮ ਤਾਂ ਆਉਣੀ ਚਾਹੀਦੀ ਹੈ ਕਿ ਯਾਰ ਸਾਨੂੰ ਤਾਂ ਕਦੇ ਅਧਿਕਾਰ ਨਹੀਂ ਸੀ ਦਿੱਤਾ ਗਿਆ ਸਮੁੰਦਰ ਪਾਰ ਕਰਨ ਦਾ, ਔਰ ਅਸੀਂ ਦੁਨੀਆ ਪਾਰ ਕਰੀ ਖੜੇ ਹਾਂ। ਉਹਨਾਂ ਨੂੰ ਸਾਨਮੰਦ ਹੋਣਾ ਚਾਹੀਦਾ ਹੈ ਭਾਰਤ ਦੇ ਸੰਵਿਧਾਨ ਦਾ। ਪਰ ਉਹਨਾਂ ਦੇ ਅੰਦਰ ਜਿਹੜਾ ਖੂਨ ਹੈ, ਉਹ ਕਾਲਾ ਖੂਨ, ਉਹ ਬਦਲਦਾ ਨਹੀਂ, ਉਹ ਨਹੀਂ ਬਦਲਦਾ। ਇਹ ਬ੍ਰਾਹਮਣ ਹੈ, ਛਤਰੀ ਹੈ, ਵੈਸ਼, ਔਰ ਉਹਨਾਂ ਦੇ ਸਿਖਾਏ ਹੋਏ ਦੂਜੇ ਸੁਪਰ ਸ਼ੂਦਰ, ਉਹ ਆਪਦਾ ਹੰਕਾਰ ਬਾਹਰ ਵੀ ਉਵੇਂ ਲਈ ਫਿਰਦੇ ਆ ਜਿਵੇਂ ਭਾਰਤ 'ਚ ਲਈ ਫਿਰਦੇ ਆ। ਇਹਨਾਂ ਦੇ ਹੰਕਾਰ ਦੀਆਂ ਫੱਟੀਆਂ ਕਦੇ ਨੀਵੀਆਂ ਨਹੀਂ ਪੈਂਦੀਆਂ, ਇਹਨਾਂ ਦਾ ਟੂਸ ਕਦੇ ਨੀਵਾਂ ਨਹੀਂ ਪੈਂਦਾ। ਇਹ ਹੈ ਭਾਰਤ ਬ੍ਰਾਹਮਣ ਦਾ ਸਿਧਾਂਤ, ਜਿਹੜਾ ਚੱਕੀ ਫਿਰਦੇ ਆ। ਜਾਨੀ ਗੰਦ ਦਾ ਟੋਕਰਾ ਉਹ ਕਿਸ ਦੁਨੀਆ 'ਚ ਕਿਤੇ ਵੀ ਜਾਂਦੇ ਆ, ਉਹ ਗੰਦ ਦਾ ਟੋਕਰਾ ਨਾਲ ਲੈ ਕੇ ਜਾਂਦੇ ਆ। ਭਾਰਤੀ ਸੰਵਿਧਾਨ ਨਹੀਂ ਲੈ ਕੇ ਜਾਂਦੇ। ਕਿਸੇ ਨੂੰ ਨਹੀਂ ਪਤਾ ਕਿ ਭਾਰਤੀ ਸੰਵਿਧਾਨ ਨੇ ਉਹਨਾਂ ਨੂੰ ਬਾਹਰ ਘੁੰਮਣ ਦਾ ਅਧਿਕਾਰ ਦਿੱਤਾ। ਪਰ ਗੰਦਗੀ ਦਾ ਟੋਕਰਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਉਹ ਪਹਿਲਾਂ, ਸਭ ਤੋਂ ਪਹਿਲਾਂ ਗੰਦਗੀ ਦਾ ਟੋਕਰਾ ਬਣਦੇ ਆ, ਫਿਰ ਆਪਣਾ ਹੋਰ ਸਮਾਨ ਬਣਦੇ ਆ, ਔਰ ਜਹਾਜ਼ ਰੱਖ ਕੇ ਦੁਨੀਆ ਭਰ ਚਲੇ ਜਾਂਦੇ ਆ। ਔਰ ਜਾ ਕੇ ਸਭ ਤੋਂ ਪਹਿਲਾਂ ਉਹ ਆਪਣਾ ਗੰਦਗੀ ਦਾ ਟੋਕਰਾ ਖੋਲਦੇ ਆ। ਹੁਣ ਜਾਇਦਾਦ ਖਰੀਦਣ ਦਾ ਅਧਿਕਾਰ ਪੁੱਛਣ ਵਾਲਾ ਹੋਵੇ ਕਿ ਕੀ ਬ੍ਰਾਹਮਣ ਨੂੰ ਜਾਇਦਾਦ ਦੀ ਜ਼ਰੂਰਤ ਹੈ, ਕਿ ਖੱਤਰੀ ਨੂੰ ਜ਼ਰੂਰਤ ਹੈ, ਕਿ ਵੈਸ਼ ਨੂੰ ਜ਼ਰੂਰਤ ਹੈ,
कि ਜ਼ਿਮੀਂਦਾਰ ਨੂੰ ਜ਼ਰੂਰਤ ਹੈ, कि ਨਵਾਬ ਨੂੰ ਜ਼ਰੂਰਤ ਹੈ, कि ਰਜਵਾੜੇ ਨੂੰ ਜ਼ਰੂਰਤ ਹੈ, ਜਾਂ ਰਾਜੇ ਨੂੰ ਜ਼ਰੂਰਤ ਹੈ, ਜਾਂ ਸਰਦਾਰ ਨੂੰ ਜ਼ਰੂਰਤ ਹੈ, ਜਾਂ ਠਾਕਰ ਨੂੰ ਜ਼ਰੂਰਤ ਹੈ, ਜਾਂ ਰਾਜਪੂਤ ਰਾਣੇ ਨੂੰ ਜ਼ਰੂਰਤ ਹੈ? ਕੋਈ ਦੱਸੇਗਾ ਕਿ ਇਹਨਾਂ ਨੂੰ ਜਾਇਦਾਦ ਦੀ ਜ਼ਰੂਰਤ ਹੈ? ਤੁਸੀਂ ਭਾਰਤ ਦੇ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਨੂੰ ਵੀ ਸਮਝਣ ਵੇਲੇ ਕਦੇ ਸਹੀ ਵਿਆਖਿਆ ਨਹੀਂ ਕੀਤੀ। ਤਾਂ ਮੇਰੇ ਵੀਰੋ, ਇਹ ਅਧਿਕਾਰ ਕਿਸ ਨੂੰ ਜ਼ਰੂਰਤ ਹੈ? ਔਰਤ ਨੂੰ। ਹਿੰਦੂ ਕੋਡ ਬਿੱਲ ਬਾਬਾ ਸਾਹਿਬ ਨੇ ਲਿਖਿਆ, ਪੇਸ਼ ਕੀਤਾ, ਪੰਡਿਤ ਨਹਿਰੂ ਨੇ ਰੱਦੀ ਦੀ ਟੋਕਰੀ 'ਚ ਮਾਰਿਆ ਚੱਕ ਕੇ। ਬਾਬਾ ਸਾਹਿਬ ਨੇ ਅਸਤੀਫਾ ਦਿੱਤਾ ਕਿ ਜੇ ਪਛੜੀਆਂ ਜਾਤੀਆਂ ਨੂੰ ਤੇ ਔਰਤਾਂ ਨੂੰ ਹਿੰਦੂ ਕੋਡ ਬਿੱਲ ਰਾਹੀਂ ਅਧਿਕਾਰ ਨਹੀਂ ਦੇਣੇ ਤਾਂ ਮੈਂ ਤੇਰੀ ਸਰਕਾਰ 'ਚ ਨਹੀਂ ਰਹਿਣਾ। ਬਾਬਾ ਸਾਹਿਬ ਦੇ ਅਸਤੀਫੇ ਦੇ ਉੱਤੇ ਲਿਖਿਆ ਹੋਇਆ ਹੈ। ਬਾਬਾ ਸਾਹਿਬ ਦੇ ਅਸਤੀਫੇ ਦੇ ਉੱਤੇ ਲਿਖਿਆ ਹੋਇਆ ਹੈ। ਔਰ ਕਿੰਨੇ ਹੀ ਵਰਿਆਂ ਬਾਅਦ ਉਸੇ ਪੰਡਿਤ ਨੇ ਇਹ ਹਿੰਦੂ ਕੋਡ ਬਿੱਲ ਪਾਸ ਕਰਕੇ ਆਪਦੇ ਨਾਂ ਕਰ ਲਿਆ। ਜਾਣੀ ਜਿਹੜੀ ਚੀਜ਼ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਿਰਜੀ, ਉਹਦਾ ਹਿੰਦੂ ਕੋਡ ਬਿੱਲ, ਜਿਹੜੀ ਯੂਨੀਵਰਸਿਟੀ ਔਰੰਗਾਬਾਦ ਯੂਨੀਵਰਸਿਟੀ, ਉਹਦੇ ਵਿੱਚ ਜਿਹੜਾ ਕਾਲਜ ਹੈ ਮਿਲਿੰਦ ਕਾਲਜ, ਮਿਲਿੰਦ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਬਾਬਾ ਸਾਹਿਬ ਦਾ ਲਿਖਿਆ ਹੋਇਆ ਹਿੰਦੂ ਕੋਡ ਬਿੱਲ ਅੱਜ ਵੀ ਪਿਆ ਹੈ। ਮੂਲ ਰੂਪ ਚ ਪਿਆ ਬਾਬਾ ਸਾਹਿਬ ਦੇ ਦਸਤਖਤ ਉੱਤੇ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੀ ਜਾਇਦਾਦ ਦਾ ਅਧਿਕਾਰ ਉਹਨਾਂ ਨੂੰ ਹੈ ਕਿ ਜਿਨ੍ਹਾਂ ਕੋਲ ਹਜ਼ਾਰਾਂ ਸਾਲ ਤੋਂ ਬਿਨਾਂ ਪੁੱਛੇ ਭਗਵਾਨ ਨੇ ਜਾਇਦਾਦਾਂ ਸੁੱਟੀਆਂ, ਛੱਪਰ ਪਾੜ ਕੇ ਦਿੱਤਾ, ਜਿਨ੍ਹਾਂ ਨੂੰ ਭਗਵਾਨ ਉਹਨਾਂ ਦਾ ਬਣ ਕੇ ਰਿਹਾ, ਰਿਸ਼ਤੇਦਾਰ ਬਣ ਕੇ ਰਿਹਾ। ਕੀ ਉਹਨਾਂ ਨੂੰ ਜ਼ਰੂਰਤ ਹੈ? ਜਾਂ ਫਿਰ ਉਹਨਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਡੰਡੇ ਮਾਰ ਮਾਰ ਕੇ ਪਾਣੀ ਤੋਂ ਵੀ, ਰੋਟੀ ਤੋਂ ਵੀ ਆਤਰ ਰੱਖਿਆ, ਕੱਪੜੇ ਤੋਂ ਵੀ ਆਤਰ ਰੱਖਿਆ, ਜਿਨ੍ਹਾਂ ਨੂੰ ਪਸ਼ੂ ਤੋਂ ਵੱਧ ਸਮਝਿਆ ਹੀ ਕੁਝ ਨਹੀਂ ਗਿਆ। ਇਹ ਔਰਤਾਂ, ਇਹ ਮਰਦ ਸ਼ੂਦਰ, ਇਹ ਨੀਚ ਲੋਕ ਹੈ ਜਿਹੜੇ ਭਾਰਤੀ ਲੋਕ ਨੀਚ ਕਿਵੇਂ ਬਣੇ ਦਾ ਅਰਥ ਇਹ ਆ ਕਿ ਜਿਨ੍ਹਾਂ ਨੂੰ ਨੀਚ ਬਣਾਇਆ ਗਿਆ, ਪਾਪ ਜੋਨੀ ਬਣਾਇਆ ਗਿਆ ਕਿ ਭਾਰਤ ਦੀਆਂ ਔਰਤਾਂ ਜਿਹੜੀਆਂ ਇਹ ਪਾਪ ਜੋਨੀ ਆ। ਇਹਨਾਂ ਨੂੰ ਜਦੋਂ ਸੰਵਿਧਾਨ ਅਧਿਕਾਰ ਦਿੰਦਾ ਹੈ ਜਾਇਦਾਦ ਦਾ, ਤਾਂ ਕਿਸ ਨੇ ਦਿੱਤਾ? ਭਾਰਤੀ ਸੰਵਿਧਾਨ ਨੇ, ਹਿੰਦੂ ਕੋਡ ਬਿੱਲ ਨੇ। ਔਰ ਉਹਦਾ ਨਤੀਜਾ ਕੀ ਨਿਕਲਿਆ ਕਿ ਮੇਰੇ ਵਰਗੇ ਦੁੱਕੀ ਤਿੱਕੀ ਬੰਦੇ ਵੀ ਅੱਜ ਘਰ ਬਣਾ ਕੇ ਚੈਨ ਨਾਲ ਪੱਕੀ ਛੱਤ ਦੇ ਹੇਠਾਂ ਜਿਉਂ ਰਹੇ ਆ। ਮਿੱਤਰੋ, ਮੈਂ ਇੱਕ ਦਿਨ ਸਰਦਾਰ ਹਰਜੀਤ ਸਿੰਘ ਜਿਹੜੇ ਡਿਫੈਂਸ ਮਿਨਿਸਟਰ ਬਣੇ ਕੈਨੇਡਾ 'ਚ, ਇਹਨਾਂ ਨੂੰ ਮੈਂ ਭਾਸ਼ਣ ਦਿੰਦੇ ਸੁਣ ਰਿਹਾ ਸੀ ਔਰ ਉਹਨਾਂ ਨੇ ਬਕਾਇਦਾ ਸ਼ਬਦ ਕਿਹਾ ਕਿ ਮੇਰੇ ਜੀਵਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਬਹੁਤ ਵੱਡਾ ਹਿੱਸਾ ਹੈ। ਹੁਣ ਉਹ ਰਿਕਾਰਡ ਮੇਰੇ ਕੋਲ ਪਿਆ ਹੈ, ਕਿੱਥੇ ਮੈਂ ਰੱਖਤਾ, ਉਹਨੂੰ ਰਿਜ਼ਰਵ ਕਰਤਾ, ਮੈਨੂੰ ਦੇਖਣਾ ਪਏਗਾ। ਜਦੋਂ ਹਰਜੀਤ ਸਿੰਘ ਦੇ ਮੂਲ ਘਰ ਨੂੰ ਦੇਖਦੇ ਹਾਂ ਅਸੀਂ, ਤਾਂ ਛੋਟਾ ਜਿਹਾ ਘਰ ਹੈ, ਆਮ ਆਦਮੀ ਦਾ ਘਰ ਹੈ, ਇੱਕ ਗਰੀਬ ਆਦਮੀ ਦਾ ਘਰ ਹੈ। ਭਾਰਤੀ ਸੰਵਿਧਾਨ ਨੇ ਉਹਨੂੰ ਇੰਨੇ ਅਧਿਕਾਰ ਦਿੱਤੇ ਕਿ ਉਹ ਆਦਮੀ ਪਾਸਪੋਰਟ ਬਣਾ ਕੇ ਬਾਹਰ ਗਿਆ ਔਰ ਫਿਰ ਉੱਥੇ ਅਧਿਕਾਰਾਂ ਨੂੰ ਮਾਣਦਿਆਂ ਹੋਇਆ, ਸਖਤ ਮਿਹਨਤ ਕਰਦਿਆਂ ਹੋਇਆ, ਉਹ ਕਿਸੇ ਦੂਸਰੇ ਦੇਸ਼ ਦਾ ਰੱਖਿਆ ਮੰਤਰੀ ਬਣਿਆ। ਯਾਰੋ, ਤੁਸੀਂ ਕਦੇ ਸੰਵਿਧਾਨ ਨੂੰ ਜਾਣੇ ਹੀ ਨਹੀਂ ਅੱਜ ਤੱਕ। ਇਹ ਘੁੰਮਣ ਫਿਰਨ ਦਾ ਅਧਿਕਾਰ, ਇਹ ਜਾਇਦਾਦ ਦਾ ਅਧਿਕਾਰ, ਇਹ ਵਿਦਿਆ ਦਾ ਅਧਿਕਾਰ, ਇਹ ਕਾਨੂੰਨ ਸਾਹਮਣੇ ਬਰਾਬਰੀ ਦਾ ਅਧਿਕਾਰ, ਇਹਨਾਂ ਦੀ ਵਿਆਖਿਆ ਹੀ ਗਲਤ ਕੀਤੀ ਪ੍ਰੋਫੈਸਰਾਂ ਨੇ। ਮੈਂ ਬਹੁਤ ਸ਼ਰਮ ਨਾਲ ਇਹ ਗੱਲ ਕਹਿਣਾ ਕਿ ਜਿਨ੍ਹਾਂ ਪ੍ਰੋਫੈਸਰਾਂ ਨੇ ਮੈਨੂੰ ਰਾਜਨੀਤੀ ਸ਼ਾਸਤਰ ਦੀ ਐਮਏ ਕਰਵਾਈ, ਉਹਨਾਂ ਨੇ ਵੀ, ਤੇ ਜਿਨ੍ਹਾਂ ਨੇ ਮੈਨੂੰ ਬੀਏ ਕਰਵਾਈ ਉਹਨਾਂ ਨੇ ਵੀ, ਕਦੇ ਕਿਸੇ ਨੇ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੀ ਸਹੀ ਵਿਆਖਿਆ ਨਹੀਂ ਕੀਤੀ। ਔਰ ਮੈਂ ਕਹਿ ਸਕਦਾ ਹਾਂ
कि 90% ਨੂੰ ਤਾਂ ਪਤਾ ਹੀ ਨਹੀਂ ਸੀ, ਬਸ ਉਹ ਤਾਂ ਰੱਟਾ ਲਾਉਂਦੇ ਸੀ ਤੇ ਪੜਾ ਕੇ ਤੁਰ ਜਾਂਦੇ ਸੀ। ਹੁਣ ਵੀਰੋ ਮੈਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਜਦ ਰੱਖ ਰਿਹਾ ਤਾਂ ਮੈਂ ਇੱਕ ਚੀਜ਼ ਇਹਦੇ 'ਚ ਹੋਰ ਕਹਿਣੀ ਚਾਹੁੰਦਾ ਹਾਂ ਕਿ ਭਾਰਤੀ ਸੰਵਿਧਾਨ ਜਾਤੀ ਮੁਕਤ ਪ੍ਰਣਾਲੀ ਲਾਗੂ ਕਰਦਾ ਹੈ। ਜਦੋਂ ਇਹ ਅਧਿਕਾਰ ਕਾਨੂੰਨ ਦੇ ਸਾਹਮਣੇ ਬਰਾਬਰ, ਘੁੰਮਣ ਫਿਰਨ ਦਾ ਅਧਿਕਾਰ, ਵਿੱਦਿਆ ਦਾ ਅਧਿਕਾਰ, ਜਾਇਦਾਦ ਰੱਖਣ ਦਾ ਅਧਿਕਾਰ, ਵੋਟ ਦਾ ਅਧਿਕਾਰ, ਮੈਂ ਅੱਗੇ ਦੇਖਦਾ ਕਿ ਵੋਟ ਦਾ ਅਧਿਕਾਰ ਵੀ ਸ਼ਾਮਲ ਕਰੋ ਇਹਦੇ 'ਚ। ਕੋਈ ਪੁੱਛੇ ਕਿ ਇਹਨਾਂ ਸ਼ੂਦਰਾਂ ਨੂੰ ਜਿਨ੍ਹਾਂ ਨੂੰ ਕੋਈ ਪਿੰਡ 'ਚ ਨਹੀਂ ਸੀ ਵੜਨ ਦਿੰਦਾ, ਵਸਤੀ 'ਚ ਨਹੀਂ ਸੀ ਵੜਨ ਦਿੰਦਾ, ਜਿਨ੍ਹਾਂ ਦਾ ਪਰਛਾਵਾਂ ਨਹੀਂ ਸੀ ਕੋਈ ਲੈਂਦਾ, ਜਿਨ੍ਹਾਂ ਨੂੰ ਪਾਣੀ ਨਹੀਂ ਸੀ ਕੋਈ ਦਿੰਦਾ, ਜਿਨ੍ਹਾਂ ਦੇ ਡੰਡੇ ਵਰਦੇ ਸੀ, ਉਹਨਾਂ ਨੂੰ ਵੋਟ ਦਾ ਅਧਿਕਾਰ ਕਿਵੇਂ ਮਿਲ ਗਿਆ? ਇਹਦਾ ਮਤਲਬ ਹੈ ਕਿ ਜਾਤੀ ਮੁਕਤ ਪ੍ਰਣਾਲੀ ਲਾਗੂ ਕੀਤੀ ਭਾਰਤ ਦੇ ਸੰਵਿਧਾਨ ਨੇ। ਇਹ ਨਹੀਂ ਕਿਹਾ ਕਿ ਬ੍ਰਾਹਮਣ ਨੂੰ ਅਧਿਕਾਰ ਹੈ, ਇਹ ਨਹੀਂ ਕਿਹਾ ਕਿ ਚਮਾਰ ਚੂੜੇ ਨੂੰ ਅਧਿਕਾਰ ਹੈ, ਇਹ ਨਹੀਂ ਕਿਹਾ ਕਿ ਔਰਤਾਂ ਨੂੰ ਅਧਿਕਾਰ ਹੈ। ਇਹ ਲਿਖਿਆ ਕਿ ਵੀ ਦੀ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਔਰ ਅਸੀਂ ਭਾਰਤ ਦੇ ਲੋਕ ਦਾ ਮਤਲਬ ਹੈ ਕਿ ਜਾਤੀ ਮੁਕਤ ਲੋਕ ਹੈ ਸਾਰੇ। ब्राह्मण, क्षत्रिय, वैश्य, शूद्र, अति शूद्र, नीच, औरत, मुसलमान, सिख, ईसाई, बौद्धी, जैनी, पारसी, एनीबॉडी ਜਿਹੜਾ 18 ਸਾਲ ਦਾ ਹੋ ਗਿਆ ਬਾਲਗ, ਜਿਹੜਾ 21 ਸਾਲ ਦਾ MLA ਬਣਨ ਦਾ ਅਧਿਕਾਰੀ, ਜਿਹੜਾ 24 ਸਾਲ ਦਾ ਹੋ ਗਿਆ ਉਹ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਜਾਂ MP ਬਣਨ ਦਾ ਅਧਿਕਾਰੀ। ਇਹਦੇ ਚ ਕੋਈ ਜਾਤੀ ਲਾਗੂ ਨਹੀਂ ਹੁੰਦੀ। ਰਾਸ਼ਟਰਪਤੀ ਕੈਸਟ ਵੀ ਬਣਿਆ, ਰਾਸ਼ਟਰਪਤੀ ਬ੍ਰਾਹਮਣ ਵੀ ਬਣਿਆ, ਰਾਸ਼ਟਰਪਤੀ ਮੁਸਲਮਾਨ ਵੀ ਬਣਿਆ, ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਿੱਖ ਵੀ ਬਣੇ, ਰਾਸ਼ਟਰਪਤੀ KR ਨਰੈਣਨ ਵੀ ਬਣੇ, ਰਾਸ਼ਟਰਪਤੀ ਪ੍ਰਭਿਤਾ ਪਾਟਿਲ ਵੀ ਬਣੀ। ਤੁਸੀਂ ਦੱਸੋਗੇ ਇੱਥੇ ਜਾਤੀ ਕਿੱਥੇ ਕੰਮ ਕਰਦੀ ਹੈ? ਭਾਰਤੀ ਸੰਵਿਧਾਨ ਨੇ ਜਾਤੀ ਨੂੰ ਧੌਣੋਂ ਫੜ ਕੇ ਮਰੋੜਤਾ। ਜਿਵੇਂ ਸ਼ੂਦਰ ਕੁੱਕੜ ਦੀ ਧੌਣ ਪੁੱਟਦੇ ਆ ਨਾ, ਸੰਵਿਧਾਨ ਨੇ ਬ੍ਰਾਹਮਣ ਦੇ ਸਿਧਾਂਤ ਜਿਹੜੇ ਆ ਉਹਨਾਂ ਨੂੰ ਕੁੱਕੜ ਦੀ ਤਰ੍ਹਾਂ ਪੱਟ ਕੇ ਪਾਸੇ ਮਾਰਿਆ। ਜਿੱਥੇ ਬ੍ਰਾਹਮਣ ਪ੍ਰਧਾਨ ਰਾਸ਼ਟਰਪਤੀ ਬਣਿਆ ਉੱਥੇ KR ਨਰੈਣਨ ਵੀ ਰਾਸ਼ਟਰਪਤੀ ਬਣਿਆ, ਔਰ ਗਿਆਨੀ ਜੈਲ ਸਿੰਘ ਤਰਖਾਣ ਵੀ ਰਾਸ਼ਟਰਪਤੀ ਬਣਿਆ, ਔਰ ਪ੍ਰਤਿਭਾ ਪਾਟਿਲ ਇੱਕ ਸ਼ੂਦਰ ਔਰਤ ਹੈ ਜਿਹੜੀ ਉਹ ਵੀ ਰਾਸ਼ਟਰਪਤੀ ਬਣੀ। ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਾਟ ਵੀ ਬਣਿਆ, ਤੇ ਕੈਸਤ ਸ਼ੂਦਰ ਕੈਸਤ, ਇਹ ਕੈਸਤ ਸ਼ੂਦਰ ਹੁੰਦੇ ਆ, ਉਹਦੇ ਵਿੱਚੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣਿਆ। ਬ੍ਰਾਹਮਣ ਤਾਂ ਪ੍ਰਧਾਨ ਮੰਤਰੀ ਰਹੇ, BP ਸਿੰਘ ਠਾਕਰ ਵੀ ਪ੍ਰਧਾਨ ਮੰਤਰੀ ਬਣਿਆ। ਤਾਂ ਮੈਂ ਵੀਰੋ ਇਹਨੂੰ ਗੱਲ ਨੂੰ ਦੁਬਾਰਾ ਦੁਹਰਾਉਣੀ ਚਾਹੁੰਦਾ ਕਿ ਰਾਸ਼ਟਰਪਤੀ ਬਣਨ ਵੇਲੇ ਗਿਆਨੀ ਜੈਲ ਸਿੰਘ ਤਰਖਾਣ ਰਾਸ਼ਟਰਪਤੀ ਬਣ ਗਿਆ, KR ਨਰੈਣਨ ਅਛੂਤ ਰਾਸ਼ਟਰਪਤੀ ਬਣ ਗਿਆ, ਪ੍ਰਤਿਭਾ ਪਾਟਿਲ ਸ਼ੂਦਰਾਂ ਦੀ ਔਰਤ ਰਾਸ਼ਟਰਪਤੀ ਬਣ ਗਈ, ਜਾਕਰ ਸੈਨ ਮੁਸਲਮਾਨ ਰਾਸ਼ਟਰਪਤੀ ਬਣ ਗਿਆ, ਰਜਿੰਦਰ ਪ੍ਰਸਾਦ ਕੈਸਤ ਰਾਸ਼ਟਰਪਤੀ ਬਣ ਗਿਆ, ਬ੍ਰਾਹਮਣ ਰਮਨ ਰਾਸ਼ਟਰਪਤੀ ਬਣ ਗਿਆ, ਪ੍ਰਣਬ ਮੁਖਰਜੀ ਰਾਸ਼ਟਰਪਤੀ ਬਣ ਗਿਆ, ਤੇ ਪ੍ਰਧਾਨ ਮੰਤਰੀ ਚਰਨ ਸਿੰਘ ਚੌਧਰੀ ਵੀ ਬਣ ਗਿਆ। ਡਿਪਟੀ ਪ੍ਰਾਈਮ ਮਿਨਿਸਟਰ ਭਾਰਤ ਦਾ ਸਭ ਤੋਂ ਨੀਚ ਜਾਤੀਆਂ ਦੇ ਵਿੱਚੋਂ ਬਾਬੂ ਜਗਜੀਵਨ ਰਾਮ ਵੀ ਬਣਿਆ। BP ਸਿੰਘ ਠਾਕਰ ਵੀ ਬਣਿਆ, ਮਨਮੋਹਨ ਸਿੰਘ ਖੱਤਰੀ ਵੀ ਬਣਿਆ, ਔਰ ਬਣੀਆਂ ਦੀ ਸਭ ਤੋਂ ਥੱਲੜੀ ਜਮਾਤ ਉਹਦੇ ਵਿੱਚੋਂ ਨਰਿੰਦਰ ਮੋਦੀ ਬਣਿਆ, ਔਰ ਰਾਜੀਵ ਗਾਂਧੀ
ਪਾਰਸੀਆਂ ਦਾ ਮੁੰਡਾ, ਬ੍ਰਾਹਮਣੀ ਸੰਤਾਨ ਦੇ ਵਿੱਚੋਂ ਪਾਰਸੀਆਂ ਦਾ ਮੁੰਡਾ ਰਾਜੀਵ ਗਾਂਧੀ, ਉਹ ਵੀ ਪ੍ਰਧਾਨ ਮੰਤਰੀ ਬਣ ਗਿਆ। ਇਹ ਜਾਤੀ ਮੁਕਤ ਵਿਵਸਥਾ ਹੈ, ਇਹ ਵਿਵਸਥਾ ਸੰਵਿਧਾਨ ਦੀ ਵਿਵਸਥਾ ਹੈ, ਇਹ ਬ੍ਰਾਹਮਣ ਦੀ ਵਿਵਸਥਾ ਨਹੀਂ ਹੈ। ਇਹ ਸਾਡੇ ਸਮਝ ਆਉਣੀ ਚਾਹੀਦੀ ਹੈ ਕਿ ਭਾਰਤੀ ਸੰਵਿਧਾਨ ਜਿਹੜਾ ਉਹ ਕ੍ਰਾਂਤੀ ਕਿਵੇਂ ਕਰ ਰਿਹਾ ਹੈ। ਭਾਰਤ ਦੇ ਚੀਫ ਜਸਟਿਸ ਜਾਂ ਤਾਂ ਬ੍ਰਾਹਮਣ ਬਣੇ ਜਾਂ ਠਾਕਰ ਖੱਤਰੀ ਬਣੇ, ਪਰ ਇੱਕ ਦਿਨ ਭਾਰਤੀ ਸੰਵਿਧਾਨ ਨੇ ਇਹ ਕੜ ਵੀ ਤੋੜਤਾ, ਇੱਕ ਅਛੂਤ ਵੀ ਇਸ ਦੇਸ਼ ਦਾ ਚੀਫ ਜਸਟਿਸ ਬਣਿਆ। ਔਰ ਭਾਰਤੀ ਸੰਵਿਧਾਨ ਨੇ ਇੱਕ ਐਸੇ ਜਸਟਿਸ ਨੂੰ ਜਿਹੜਾ ਅਛੂਤ ਹੈ ਉਹਨੂੰ ਇਹ ਅਧਿਕਾਰ ਦੇਤੇ ਕਿ ਉਹਨੇ ਸੁਪਰੀਮ ਕੋਰਟ ਦੇ ਜੱਜ ਤਲਬ ਕਰ ਲਏ ਔਰ ਉਹਨਾਂ ਨੂੰ SC ST ਐਕਟ ਦੇ ਅਧੀਨ ਨੋਟਿਸ ਜਾਰੀ ਕਰਤਾ। ਇਹ ਮਿੱਤਰੋ, ਜਿਹਨੂੰ ਪਤੀ ਦੇ ਮਰਨ ਤੋਂ ਬਾਅਦ ਚਿਖਾ 'ਚ ਛਾਲ ਮਾਰਨ ਦਾ ਅਧਿਕਾਰ ਹੈ, ਦੂਜਾ ਕੋਈ ਅਧਿਕਾਰ ਨਹੀਂ, ਉਹ ਦੇਸ਼ ਦੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣੇਗਾ। ਕੱਲ ਨੂੰ ਕੌਣ ਬਣੇਗਾ, ਕੀ ਬਣੇਗਾ, ਇਹ ਹੈ ਭਾਰਤੀ ਸੰਵਿਧਾਨ ਦੀ ਕ੍ਰਾਂਤੀ। ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਘਰਸ਼ ਦੀ ਆਖਰੀ ਕੜੀ ਤੇ ਬੋਲ ਰਿਹਾ। ਕਿ ਸੰਵਿਧਾਨ ਨੇ ਜਾਤੀ ਮੁਕਤ ਪ੍ਰਣਾਲੀ ਕਿਸ ਤਰ੍ਹਾਂ ਲਾਗੂ ਕੀਤੀ ਔਰ ਕਿਸ ਤਰ੍ਹਾਂ ਦੇ ਨਤੀਜੇ ਨਿਕਲੇ। ਪਾਸਪੋਰਟ ਨਹੀਂ ਵੇਖਦਾ ਕਿ ਬ੍ਰਾਹਮਣ ਹੈ ਜਾਂ ਇਹ ਔਰਤ ਹੈ, ਜਾਂ ਇਹ ਸ਼ੂਦਰ ਹੈ, ਜਾਤੀ ਸ਼ੂਦਰ ਹੈ, ਜਾਂ ਅਛੂਤ ਹੈ ਜਾਂ ਨੀਚ ਹੈ। ਪਾਸਪੋਰਟ ਹੈ, ਭਾਰਤ ਦੇ ਸੰਵਿਧਾਨ ਦਾ ਬਖਸ਼ਿਆ ਹੋਇਆ ਪਾਸਪੋਰਟ ਹੈ। ਔਰ ਕੋਈ ਵੀ ਜਹਾਜ਼ ਉਹਨੂੰ ਇਹ ਪੁੱਛ ਕੇ ਨਹੀਂ ਚੜਾਉਂਦਾ ਕਿ ਤੂੰ ਕੌਣ ਹੋਣਾ। ਜਦੋਂ ਮੈਂ ਜਾਣਾ ਹੈ, ਅਕਸਰ ਹੀ ਮੈਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੀ ਸੀਟ ਤੇ ਬੈਠਣਾ, ਕਿੰਨੇ ਨੰਬਰ ਦੀ ਸੀਟ ਚਾਹੀਦੀ ਤੁਹਾਨੂੰ। ਮੈਂ ਸੋਚਦਾ ਉਹ ਬਾਬਾ ਸਾਹਿਬ, ਮੈਂ ਤੇਰਾ ਬੱਚਾ, ਮੈਂ ਤਾਂ ਗਧਿਆਂ ਦੇ ਝੂਟੇ ਲੈਣ ਵਾਲਾ ਸੀ। ਜੇ ਗਧੇ ਨਹੀਂ ਸੀ ਲੱਭਦੇ ਤਾਂ ਕੁੱਤੇ ਫੜ ਲੈਂਦੇ ਸੀ ਗਲੀ 'ਚ। ਉਹ ਸਾਡੇ ਆਪਣੇ ਘਰ ਦੇ ਗਲੀ ਦੇ ਕੁੱਤੇ ਹੁੰਦੇ, ਉਹਦੇ ਤੇ ਬਹਿ ਜਾਣਾ, ਉਹਦੇ ਕੰਨ ਫੜ ਲੈਣੇ, ਉਹਦੇ ਤੇ ਝੂਟੇ ਲਈ ਜਾਣੇ, ਕਿਉਂਕਿ ਉਹ ਸਾਡੇ ਬਰਾਬਰ ਪਲਦੇ ਸੀ। ਉਹ ਸਾਡੇ ਘਰਾਂ ਦੀ ਬੁਰਕੀ ਖਾ ਕੇ ਸਾਡੇ ਬਰਾਬਰ ਹੀ ਪਲਦੇ ਸੀ। 2-4 ਬੁਰਕੀਆਂ ਅਸੀਂ ਖਾਂਦੇ ਔਰ ਬਾਪੂ ਜਾਂ ਮਾਂ 2 ਬੁਰਕੀਆਂ ਉਹਨੂੰ ਵੀ ਪਾਉਂਦੇ। ਉਹ ਸਾਡੇ ਵਾਂਗ ਹੀ ਪਲਦੇ ਸੀ। ਉਹ ਅਸੀਂ ਉਹਨਾਂ ਤੇ ਝੂਟੇ ਲੈਂਦੇ ਰਹਿੰਦੇ। ਤੇ ਬਾਬਾ ਸਾਹਿਬ ਤੇਰੇ ਸੰਵਿਧਾਨ ਨੇ ਮੈਨੂੰ ਨਹੀਂ ਪੁੱਛਿਆ ਤੇਰੀ ਜਾਤ ਕੀ ਹੈ। ਪਿੰਡ ਵਾਲੇ ਤਾਂ ਪੁੱਛਦੇ ਰਹੇ, ਗੁਰਦੁਆਰੇ ਵਾਲੇ ਵੀ ਪੁੱਛਦੇ ਰਹੇ, ਮੰਦਰ ਵਾਲੇ ਤਾਂ ਵੜਨ ਹੀ ਨਹੀਂ ਦਿੰਦੇ। ਗੁਰਦੁਆਰੇ ਵਾਲੇ ਵੀ ਜਾਤ ਪੁੱਛਦੇ ਰਹੇ, ਪਿੰਡ ਵਾਲੇ ਵੀ ਪੁੱਛਦੇ ਰਹੇ। ਸਕੂਲ 'ਚ ਨਹੀਂ ਪੁੱਛਿਆ ਕਿਸੇ ਨੇ। ਸਕੂਲ 'ਚ ਸਮਾਂ ਤੋਂ ਇਸ ਕਰਕੇ ਜਾਤ ਪੁੱਛੀ ਕਿ ਬਿਲਾ ਤੈਨੂੰ ਵਜੀਫਾ ਦੇਣਾ ਬਾਈ। ਜਦੋਂ ਮੈਂ ਜਮਾਤਾਂ ਚੜ੍ਹਦਾ ਕਾਲਜ ਦੀਆਂ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਨੂੰ ਕਲਰਕ ਬੁਲਾਉਂਦਾ ਆਪਣੇ ਦਫ਼ਤਰ 'ਚ ਔਰ ਬਕਾਇਦਾ ਬੁਲਾ ਕੇ ਮੈਨੂੰ ਕਹਿੰਦਾ ਇੱਥੇ ਦਸਤਖਤ ਕਰ। ਮੈਂ ਦਸਤਖਤ ਕਰਦਾ ਤੇ ਮੈਨੂੰ ਢੇਰ ਸਾਰੇ ਪੈਸੇ ਫੜਾਉਂਦਾ ਕਿ ਤੇਰਾ ਵਜੀਫਾ ਆਇਆ। ਬਾਬਾ ਸਾਹਿਬ ਤੇਰੀਆਂ ਮਿਹਰਬਾਨੀਆਂ ਦਾ ਅਸੀਂ ਕਰਜ਼ਾ ਕਿਵੇਂ ਚੁਕਾਵਾਂਗੇ। ਇਹ ਭਾਰਤੀ ਸੰਵਿਧਾਨ ਦੀ ਕ੍ਰਾਂਤੀ ਹੈ ਕਿ ਅਸੀਂ ਭੁੱਖੇ ਨੰਗੇ ਲੋਕ ਜਿਹੜੇ ਰੂੜੀਆਂ ਤੇ ਕਚਰੇ ਵਾਂਗ ਸੁੱਟੇ ਗਏ ਸੀ, ਉਹ ਕਾਲਜਾਂ 'ਚ ਗਏ ਔਰ ਸਾਨੂੰ ਜਾਤ ਇਸ ਕਰਕੇ ਹੀ ਪੁੱਛੀ ਗਈ ਕਿ ਤੁਹਾਨੂੰ ਵਜੀਫਾ ਦੇਣਾ ਤਾਂ ਕਿ ਤੁਸੀਂ ਪੜ੍ਹ ਸਕੋ। ਜਦੋਂ ਮੈਂ ਨੌਕਰੀ 'ਚ ਗਿਆ ਤਦ ਵੀ ਮੈਨੂੰ ਮੇਰੀ ਜਾਤ ਪੁੱਛੀ ਗਈ ਤਾਂ ਕਿ ਮੈਨੂੰ ਨੌਕਰੀ ਦਿੱਤੀ ਜਾ ਸਕੇ। ਕਿਉਂ? ਕਿਉਂਕਿ ਭਾਰਤੀ ਸੰਵਿਧਾਨ ਨੇ ਇਹ ਡਾਇਰੈਕਸ਼ਨ ਜਾਰੀ ਕੀਤੀ ਹੋਈ ਹੈ ਕਿ ਜਿਹੜਾ ਅਛੂਤ ਬੱਚਾ ਪੜ੍ਹੇਗਾ ਉਹਨੂੰ ਨੌਕਰੀ ਤੇ ਲਾਉਣਾ ਤੁਹਾਡੀ ਜ਼ਿੰਮੇਵਾਰੀ 'ਚ ਹੈ। ਤਾਂ ਮੇਰੇ ਵੀਰੋ, ਮੈਂ ਸੋਚਦਾ ਕਿ ਮੈਂ ਕੁੱਤਿਆਂ ਤੇ ਗਧਿਆਂ ਤੇ ਝੂਟੇ ਲੈਣ ਵਾਲਾ ਬੰਦਾ
ਜਦੋਂ 에ਅਰ ਇੰਡੀਆ ਤੇ ਜਾਂ ਦੂਜੀ ਦੁਨੀਆ ਦੇ ਕਿਸੇ ਜਹਾਜ਼ ਤੇ ਸਫ਼ਰ ਕਰਦਾ ਤਾਂ ਮੈਨੂੰ ਉਹ ਅਧਿਕਾਰੀ ਪੁੱਛਦੇ ਆ ਜਾਂ ਕਹਿੰਦੇ ਆ ਕਿ ਤੁਸੀਂ ਕਿੰਨੇ ਨੰਬਰ ਦੀ ਸੀਟ ਲੈਣੀ ਹੈ, ਬਾਰੀ ਵਾਲੇ ਪਾਸੇ ਬੈਠਣਾ ਜਾਂ ਅੰਦਰ ਬੈਠਣਾ ਹੈ। ਤਾਂ ਮੈਂ ਹੈਰਾਨ ਹੁੰਦਾ ਬਾਬਾ ਸਾਹਿਬ ਤੇਰੇ ਸੰਵਿਧਾਨ ਤੇ ਇੱਥੇ ਸਾਲਾ ਕੋਈ ਭਗਵਾਨ ਆ ਜਿਹੜਾ ਉਹ ਨਹੀਂ ਹੈ। ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਸਾਡਾ ਉਹ ਤੋਂ ਖੜਾ ਛੁੱਟ ਗਿਆ, ਸਾਡਾ ਜੀਵਨ ਬਦਲ ਗਿਆ ਉਹ ਤੋਂ ਖੜਾ ਛੁਡਾ ਕੇ। ਅੱਜ ਭਗਵਾਨ ਨਹੀਂ ਹੈ ਤਾਂ ਸੰਵਿਧਾਨ ਹੈ ਸਾਡਾ, ਔਰ ਸੰਵਿਧਾਨ ਕਰਕੇ ਅਸੀਂ ਦੁਨੀਆ ਦੇ ਹਰ ਕੋਨੇ 'ਚ ਪਹੁੰਚ ਗਏ। ਏਡੀ ਵੱਡੀ ਕ੍ਰਾਂਤੀ। ਔਰ ਮੈਂ ਇਹਦੇ 'ਚ ਕ੍ਰਾਂਤੀ 'ਚ ਇੱਕ ਚੀਜ਼ ਖਾਸ ਸ਼ਾਮਲ ਕਰਦਾ ਹਾਂ ਕਿ ਭਾਰਤ ਦੀ ਔਰਤ ਜਿਹੜੀ ਘਰ ਚੋਂ ਬਾਹਰ ਨਹੀਂ ਨਿਕਲ ਸਕਦੀ ਸੀ, ਉਹ ਦੁਨੀਆ ਦੇ ਵਿੱਚ ਮੇਲੇ ਦੇਖ ਰਹੀ ਆ, ਸੰਸਾਰ ਦੇ ਮੇਲੇ ਦੇਖ ਰਹੀ ਆ। ਔਰ ਜਿਹੜਾ ਬ੍ਰਾਹਮਣ ਆਪਣੇ ਆਪ ਨੂੰ ਭਗਵਾਨ ਦਾ ਵੀ ਪਿਓ ਮੰਨਦਾ ਹੈ, ਉਹਨੂੰ ਵੀ ਬ੍ਰਾਹਮਣ ਨੇ ਸਮੁੰਦਰ ਤੋਂ ਪਾਰ ਜਾਣ ਦਾ ਅਧਿਕਾਰ ਨਹੀਂ ਦਿੱਤਾ, ਪਰ ਸੰਵਿਧਾਨ ਨੇ ਚੱਕ ਕੇ ਉਹਨੂੰ ਵੀ ਅਮਰੀਕਾ ਕੈਨੇਡਾ ਜਾ ਮਾਰਿਆ। ਅਰੇ ਬ੍ਰਾਹਮਣ ਨੂੰ ਵੀ ਜ਼ਿੰਦਗੀ ਭਰ ਆਸਾਨਮੰਦ ਹੋਣਾ ਚਾਹੀਦਾ ਭਾਰਤ ਦੇ ਸੰਵਿਧਾਨ ਦਾ। ਔਰਤਾਂ ਨੂੰ ਭਾਰਤ ਦੇ ਸੰਵਿਧਾਨ ਦੀਆਂ ਆਸਾਨਮੰਦ ਹੋਣੀਆਂ ਚਾਹੀਦੀਆਂ, ਕਿਉਂਕਿ ਭਾਰਤ ਦੇ ਸੰਵਿਧਾਨ ਦੀ ਵਿਆਖਿਆ ਕਰਨ ਵੇਲੇ ਅਸੀਂ ਬਹੁਤ ਵੱਡਾ ਗੁਨਾਹ ਕੀਤਾ ਹੈ। ਅਸੀਂ ਤਾਂ ਸੰਵਿਧਾਨ ਵੇਖਿਆ ਹੀ ਨਹੀਂ। ਅਸੀਂ ਐਸੇ ਸਲੱਗ ਲੋਕ ਹੈ ਕਿ ਅਸੀਂ ਤਾਂ ਸੰਵਿਧਾਨ ਹੀ ਨਹੀਂ ਵੇਖਿਆ। ਹਾਂ, ਗਾਲਾਂ ਜ਼ਰੂਰ ਕੱਢੀਆਂ ਸੰਵਿਧਾਨ ਨੂੰ। ਸੰਵਿਧਾਨ ਦੀ ਇਹੀ ਤੇ ਹੀ ਬਹੁਤ ਫੇਰੀ ਹੈ। ਜਿਨ੍ਹਾਂ ਨੂੰ ਸੰਵਿਧਾਨ ਨੇ ਝੋਲੀਆਂ ਭਰ ਦਿੱਤਾ ਹੈ ਨਾ, ਵਿੱਚੇ ਬ੍ਰਾਹਮਣ ਸ਼ਾਮਲ ਆ, ਉਹਨਾਂ ਦੇ ਔਰਤਾਂ ਵੀ ਸ਼ਾਮਲ ਹੈ, ਸ਼ੂਦਰ ਵੀ ਸ਼ਾਮਲ ਹੈ। ਉਹ ਸੰਵਿਧਾਨ ਨੂੰ ਗਾਲ ਕੱਢਣ ਲੱਗਿਆ ਅੱਗਾ ਪਿੱਛਾ ਨਹੀਂ ਵੇਖਦੇ। ਭੈੜੇ ਤੋਂ ਭੈੜਾ ਸ਼ਬਦ ਅੰਬੇਡਕਰ ਨੂੰ ਬੋਲਦੇ ਆ, ਔਰ ਭੈੜੇ ਤੋਂ ਭੈੜਾ ਸ਼ਬਦ ਸੰਵਿਧਾਨ ਨੂੰ ਬੋਲਦੇ ਆ। ਤਾਂ ਮੈਂ ਸੋਚਦਾ ਹਾਂ ਇਹੋ ਜਿਹੇ ਲੋਕ ਇਹ ਆਜ਼ਾਦੀ ਦੇ ਲਾਇਕ ਹੈ ਕਿ ਇਹੋ ਜਿਹੇ ਲੋਕਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਆ? ਇਹ ਤਾਂ ਗੁਲਾਮ ਰਹਿਣ ਵਾਲੇ ਲੋਕ ਹੈ, ਇਹਨਾਂ ਨੂੰ ਤਾਂ ਗੁਲਾਮ ਰੱਖਿਆ ਜਾਣਾ ਜ਼ਰੂਰੀ ਹੈ। ਇਹ ਤਾਂ ਲਾਇਕ ਹੀ ਨਹੀਂ ਆਜ਼ਾਦੀ ਦੇ। ਸੋ ਮੇਰੇ ਵੀਰੋ, ਅੱਜ ਮੈਂ ਭਾਰਤ ਦੇ ਸੰਵਿਧਾਨ ਦੀਆਂ ਕੁਝ ਮੂਲ ਧਾਰਨਾਵਾਂ, ਉਹਨਾਂ ਦੀ ਵਿਆਖਿਆ ਕੀਤੀ ਹੈ। ਔਰ ਮੈਂ ਸੋਚਦਾ ਸੀ ਕਿ ਸੰਵਿਧਾਨ ਦੀ ਇਹ 7ਵੀਂ ਕੜੀ 'ਚ ਮੈਂ ਸਾਰੀ ਗੱਲ ਪੂਰੀ ਕਰ ਦਿਆਂਗਾ, ਪਰ ਇਹ ਗੱਲ ਐਡੀ ਵੱਡੀ ਹੈ, ਐਡੀ ਮਹਾਨ ਕ੍ਰਾਂਤੀ ਹੈ ਕਿ ਇਹਨੂੰ ਅਜੇ ਪੂਰਾ ਕਰਨਾ ਮੇਰੇ ਵੱਸ ਨਹੀਂ ਹੈ। ਤਾਂ ਹੋ ਸਕਦਾ ਮੈਨੂੰ ਇੱਕ ਵਾਰ ਫੇਰ ਇਸ ਲੜੀ 'ਚ ਤੁਹਾਡੇ ਸਾਹਮਣੇ ਆਉਣਾ ਪਵੇ। ਸੋ ਮੇਰੇ ਵੀਰੋ, ਚਾਹੇ ਤੁਸੀਂ ਬ੍ਰਾਹਮਣ ਹੋ, ਠਾਕੁਰ ਹੋ, ਛਤਰੀ ਹੋ, ਚਾਹੇ ਤੁਸੀਂ ਰਾਜਪੂਤ ਹੋ, ਚਾਹੇ ਤੁਸੀਂ ਔਰਤਾਂ ਹੋ, ਮਰਦ ਹੋ, ਚਾਹੇ ਤੁਸੀਂ ਰਾਜਪੂਤ ਰਾਣੇ ਹੋ ਜਾਂ ਜੱਟ ਸ਼ੂਦਰ ਹੋ, ਚਾਹੇ ਤੁਸੀਂ ਤਖਾਣ ਚੀਬੇ ਚੌਰ ਹੋ ਜਾਂ ਮਜ਼੍ਹਬੀ ਚਮਾਰ ਹੋ, ਨੀਚ ਹੋ ਜਾਂ ਊਚ ਹੋ, ਕੋਈ ਵੀ ਹੋ ਤੁਸੀਂ, ਤੁਹਾਡੇ ਤੇ ਭਾਰਤੀ ਸੰਵਿਧਾਨ ਦਾ ਬਹੁਤ ਵੱਡਾ ਅਹਿਸਾਨ ਹੈ। ਪੰਡਤੋ, ਤੁਹਾਡੇ ਤੇ ਵੀ ਬਹੁਤ ਵੱਡਾ ਅਹਿਸਾਨ ਹੈ। ਤੁਹਾਡੀਆਂ ਮਾਵਾਂ ਨੂੰ ਬ੍ਰਾਹਮਣ ਨੇ ਅਧਿਕਾਰ ਨਹੀਂ ਦਿੱਤਾ ਕਦੇ ਵੀ। 3000 ਸਾਲ ਚ ਉਹਨੇ ਔਰਤ ਨੂੰ ਅਧਿਕਾਰ ਨਹੀਂ ਦਿੱਤਾ। ਭਾਰਤੀ ਸੰਵਿਧਾਨ ਨੇ ਦੇਸ਼ ਦੀ ਬ੍ਰਾਹਮਣ ਔਰਤ ਨੂੰ ਵੀ ਸ਼ੂਦਰਾਣੀ ਦੇ ਬਰਾਬਰ ਚੱਕ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਕੁਰਸੀ ਤੱਕ ਪਹੁੰਚਾਤਾ। ਪੰਡਤੋ, ਸਾਨਮੰਦ ਹੋਵੋ ਇਹਦਾ। ਇਹ ਸੰਵਿਧਾਨ ਤੋਂ ਵੱਡਾ ਕੋਈ ਭਗਵਾਨ ਨਹੀਂ ਹੈ। ਜੇ ਇਹਦੀ ਵਿਆਖਿਆ ਗਲਤ ਹੋਈ ਹੈ ਜਾਂ ਇਹਨੂੰ ਲਾਗੂ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ, ਉਹ ਸੱਤਾ 'ਚ ਆ ਗਏ। ਉਹਨਾਂ ਨੇ ਸੱਤਾ 'ਚ ਆ ਕੇ ਸੰਵਿਧਾਨ ਦਾ ਸੱਤਿਆਨਾਸ਼ ਕੀਤਾ, ਸੰਵਿਧਾਨ ਲਾਗੂ ਨਹੀਂ ਕੀਤਾ। ਇਸ ਕਰਕੇ ਦੇਸ਼ ਅੱਜ ਨਰਕ ਹੈ। ਭਾਰਤੀ ਸੰਵਿਧਾਨ ਇਹਨੂੰ 3 ਸਾਲ ਦੇ ਅੰਦਰ 5 ਸਾਲ ਦੇ ਅੰਦਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਬਣਾ ਸਕਣ ਦੇ ਸਮਰੱਥ ਸੀ। ਪਰ ਸੱਤਾ 'ਚ ਆਏ ਜਿਹੜੇ ਲੋਕ ਹੈ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਨੂੰ ਲਿਖ ਕੇ ਕਿਹਾ ਕਿ ਸਾਡਾ ਸੰਵਿਧਾਨ ਨਹੀਂ, ਅਸੀਂ ਇਹਨੂੰ ਨਹੀਂ ਮੰਨਦੇ, ਜਦੋਂ ਸੱਤਾ 'ਚ ਆ ਗਏ ਤਾਂ ਉਹਨਾਂ ਨੇ ਸੰਵਿਧਾਨ ਨੂੰ ਪੁੱਠਾ ਗੇੜਾ ਦੇਤਾ।
ਇਹਦੇ 'ਚ ਕਸੂਰ ਸੰਵਿਧਾਨ ਦਾ ਨਹੀਂ ਹੈ। ਬਾਬਾ ਸਾਹਿਬ ਨੇ ਸਾਫ਼ ਕਿਹਾ ਸੀ ਸੰਸਦ 'ਚ ਕਿ ਕੋਈ ਵੀ ਸੰਵਿਧਾਨ ਮਾੜਾ ਨਹੀਂ ਹੁੰਦਾ। ਮਾੜੇ ਤੋਂ ਮਾੜਾ ਸੰਵਿਧਾਨ ਵੀ ਜੇ ਚੰਗੇ ਲੋਕ ਆ ਜਾਣ ਤਾਂ ਤਰੱਕੀ ਦੇ ਸਕਦੇ ਆ, ਤੇ ਚੰਗੇ ਤੋਂ ਚੰਗੇ ਸੰਵਿਧਾਨ ਨੂੰ ਚਲਾਉਣ ਵਾਲੇ ਲੋਕ ਵੀ ਅਗਰ ਮਾੜੇ ਹੋ ਜਾਣ ਜਾਂ ਮਾੜੇ ਆ ਜਾਣ ਤਾਂ ਸੱਤਿਆਨਾਸ਼ ਕਰ ਸਕਦੇ ਆ। ਇਹ ਬਾਬਾ ਸਾਹਿਬ ਦੀਆਂ 17 ਸੰਸਦ ਦੇ ਵਿੱਚ ਬੋਲੀਆਂ ਹੋਈਆਂ। ਮੈਂ ਇਸ ਪ੍ਰਸੰਗ ਦੇ ਵਿੱਚ ਤੁਹਾਡੇ ਨਾਲ ਲੰਬੀ ਚੌੜੀ ਬਾਤ ਕਰਦਾ ਹੋਇਆ ਮੈਂ ਤੁਹਾਡੇ ਤੋਂ ਇਸ ਗੱਲ ਦੀ ਆਗਿਆ ਮੰਗੂੰਗਾ ਕਿ ਇੱਕ ਵਾਰ ਫੇਰ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾਏ ਤਾਂ ਕਿ ਮੈਂ ਗੱਲ ਪੂਰੀ ਕਰ ਸਕਾਂ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।